ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਸੰਗਤ ਭਈ ਕਨੇਰੀ, ਸੁਨਿਓ ਚਾਹੈ ਬਾਣੀ ਗੁਰ ਕੇਰੀ। ਲੱਗਿਓ ਦੀਵਾਨ ਸਥਾਨ ਮਹਾਨ, ਗੁਰਮੁਖ ਸਿੱਖ ਸੋ ਮਿਲੇ ਸੁਜਾਨ। ਇੱਕ ਦਿਨ ਸੰਗਤ ਭਈ ਕਨੇਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਹਿਰਦੇ ਨੂੰ ਗੁਰੂ ਪ੍ਰੇਮ ਵਿੱਚ ਰੰਗ ਕੇ, ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਪ੍ਰੇਮ ਨਾਲ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਜੋ ਆਪਾਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁਣ ਰਹੇ ਹਾਂ। ਹੁਣ ਆਪਾਂ ਸਾਰਿਆਂ ਨੇ ਕਥਾ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸਿਰ ਝੁਕਾ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਨ ਦੁਨੀਆ ਨੂੰ ਧਾਰ ਰਹੇ ਹੈ। ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਰਾਜ ਜੋਗ ਤਖਤ ਗੁਰਿਆਈ ਦਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਇੱਕ ਤਪਾ ਆਇਆ ਹੈ। ਉਸ ਤਪੇ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨਾਲ ਪਹਿਲਾਂ ਤੇ ਈਰਖਾ ਵਾਲੇ ਬਚਨ ਕੀਤੇ। ਜਦੋਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਆਪਣੇ ਕੰਨਾਂ ਦੇ ਨਾਲ ਸਰਵਣ ਕੀਤਾ, ਉਸ ਤਪੇ ਦਾ ਤਨ ਮਨ ਠੰਡਾ ਹੋ ਗਿਆ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਤਪਾ ਕਹਿੰਦਾ ਸੀ ਸਭ ਤੋਂ ਵੱਡੇ ਤੀਰਥ ਹਨ। ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਮਾਣ ਦੇ ਦੇ ਕੇ ਆਖਿਆ, ਨਹੀਂ ਭਾਈ, ਤੀਰਥਾਂ ਤੋਂ ਵੀ ਜੇ ਕੋਈ ਵੱਡਾ ਹੈ ਤਾਂ ਵਾਹਿਗੁਰੂ ਜੀ ਦਾ ਪਿਆਰਾ ਹੈ। ਉਹ ਸਰੀਰ ਵੱਡਾ ਹੈ ਜਿਸ ਵਿੱਚ ਵਾਹਿਗੁਰੂ ਜੀ ਦੇ ਨਾਮ ਨੇ ਸਾਧ ਸੰਗਤ ਜੀ ਪ੍ਰਗਟ ਹੋ ਕੇ ਬਖਸ਼ਿਸ਼ਾਂ ਕੀਤੀਆਂ ਨੇ। ਇਹ ਮਹਾਰਾਜ ਗਰੀਬ ਨਵਾਜ ਜੀ ਨੇ ਬਖਸ਼ਿਸ਼ ਕੀਤੀ, ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਜੀ ਨੇ ਆਖਿਆ, ਜਿਤਨੇ ਤੀਰਥ
ਸਭ ਦੇਵੀ ਥਾਪੇ। ਜਿੰਨੇ ਮਹਾਨ ਤੀਰਥ ਹਨ ਨਾ, ਉਹ ਸਾਰੇ ਦੇਵੀ ਨੇ ਥਾਪੇ ਹੈ, ਭਾਵ ਦੇਵੀ ਦੇਵਤਿਆਂ ਦੇ ਥਾਪੇ ਹੋਏ ਹਨ। ਔਰ ਸਾਰੇ ਤੀਰਥ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਜਿਹੜੀ ਹੈ ਉਹ ਮੰਗਦੇ ਹੈ। ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤੇ। ਇਹਦੇ ਤੋਂ ਬਾਅਦ ਤਪਾ ਮਹਾਰਾਜ ਦਾ ਇੰਨਾ ਸ਼ਰਧਾਲੂ ਹੋ ਗਿਆ, ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਤਪੇ ਉੱਤੇ ਪਾਈ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਸਭ ਤੋਂ ਵੱਡਾ ਜੇ ਕੁਝ ਹੈ ਨਾ, ਉਹ ਸਤਿਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਹੈ। ਜਿਸ ਉੱਤੇ ਮਹਾਰਾਜ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ ਹਨ, ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਸਾੜ ਦਿੰਦੇ ਹਨ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਦ੍ਰਿਸ਼ਟੀ ਵਿੱਚ ਇਤਨੀ ਵੱਡੀ ਕਲਾ ਵਰਤਦੀ ਹੈ। ਇਸ ਕਰਕੇ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਤਪੇ ਦੇ ਉੱਤੇ, ਤੇ ਤਪਾ ਸਾਧ ਸੰਗਤ ਜੀ ਨਿਹਾਲ ਹੋਇਆ, ਇੰਨਾ ਨਿਹਾਲ ਹੋਇਆ, ਉਹਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ। ਕਹਿਣ ਲੱਗਾ ਮਹਾਰਾਜ, ਮੈਂ ਸੰਸਾਰ ਵਿੱਚ ਬੜਾ ਭਰਮਣ ਕੀਤਾ, ਇਹ ਸੁੱਖ, ਸ਼ਾਂਤੀ, ਆਨੰਦ, ਆਤਮ ਗਿਆਨ ਜਿਹੜਾ ਹੈ ਨਾ, ਇਹ ਮਹਾਰਾਜ ਮੈਨੂੰ ਅੱਜ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ। ਉੱਚੀ ਉੱਚੀ ਗਾਉਣ ਲੱਗ ਪਿਆ, ਮੇਰੇ ਵੱਡੇ ਭਾਗ ਹੋ ਗਏ ਹੈ, ਮੈਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਇਆ। ਅਤੇ ਉਹਦੇ ਤੋਂ ਬਾਅਦ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਹੁਣ ਆਪ ਜੀ ਨੂੰ ਛੱਡ ਕੇ ਨਹੀਂ ਕਿਤੇ ਜਾਣਾ। ਮਤਲਬ ਜਿਹੜਾ ਤਪਾ ਨਿੰਦਿਆ ਕਰਨ ਵਾਸਤੇ ਆਇਆ ਸੀ, ਵਾਹਿਗੁਰੂ ਜਿਹੜਾ ਤਪਾ ਮਹਾਰਾਜ ਜੀ ਦੇ ਨਾਲ ਸਾਧ ਸੰਗਤ ਜੀ ਤਰਕਾਂ ਕਰਨ ਵਾਸਤੇ ਆਇਆ ਸੀ, ਲੜਾਈ ਝਗੜਾ ਕਰਨ ਵਾਸਤੇ ਆਇਆ ਸੀ, ਜਦੋਂ ਉਹਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਨ ਮਾਤਰ ਹੀ ਸਾਧ ਸੰਗਤ ਜੀ ਉਹਦਾ ਭਲਾ ਹੋ ਗਿਆ। ਮਹਾਰਾਜ ਗਰੀਬ ਨਵਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਪਾਈ। ਫਿਰ ਜਦੋਂ ਉਹਨੇ ਦਰਸ਼ਨ ਕੀਤੇ, ਉਹ ਮਹਾਰਾਜ ਦੀਆਂ ਤਾਰੀਫਾਂ ਕਰਨ ਲੱਗ ਪਿਆ। ਕਹਿਣ ਲੱਗਾ, ਮਹਾਰਾਜ ਪਹਿਲਾਂ ਮੈਂ ਤਰਕ ਕਰਨ ਵਾਸਤੇ ਆਇਆ ਸਾਂ, ਮਹਾਰਾਜ ਇਹ ਮੇਰੀ ਬੜੀ ਭੁੱਲ ਹੈ, ਸੱਚੇ ਪਾਤਸ਼ਾਹ ਆਪ ਮੈਨੂੰ ਬਖਸ਼ ਲਵੋ। ਗੁਰੂ ਸਾਹਿਬ ਕੋਲੋਂ ਉਹਨੇ ਭੁੱਲ ਦੀ ਮਾਫੀ ਮੰਗੀ। ਹੁਣ ਇਹਦੇ ਤੋਂ ਅੱਗੇ ਮਹਾਰਾਜ ਜੀ ਦੀ ਕਥਾ ਸੁਣਨੀ ਹੈ। ਕੱਲ ਕਥਾ ਵਿੱਚ ਇੱਕ ਹੋਰ ਬਚਨ ਆਇਆ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 3 ਸਾਹਿਬਜ਼ਾਦੇ ਹਨ। ਵੱਡੇ ਦਾ ਨਾਮ ਹੈ ਬਾਬਾ ਪ੍ਰਿਥੀਆ ਜੀ, ਉਹਨਾਂ ਤੋਂ ਜਿਹੜੇ ਛੋਟੇ ਨੇ ਉਹਨਾਂ ਦਾ ਨਾਮ ਬਾਬਾ ਮਹਾਦੇਵ ਜੀ ਹੈ। ਬਾਬਾ ਮਹਾਦੇਵ ਜੀ ਤੋਂ ਵੀ ਜਿਹੜੇ ਉਮਰ ਵਿੱਚ ਛੋਟੇ ਨੇ ਉਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਬਾਬਾ ਪ੍ਰਿਥੀਆ ਜੀ ਨੇ ਜਦੋਂ ਵੇਖਿਆ ਵੀ ਮਾਇਆ ਬਹੁਤ ਆਉਣ ਲੱਗ ਪਈ ਹੈ, ਮਾਇਆ ਵਾਲਾ ਸੁਭਾਅ ਹੋਣ ਕਰਕੇ ਬਾਬਾ ਪ੍ਰਿਥੀਆ ਜੀ ਸਦਾ ਹੀ ਮਹਾਰਾਜ ਦੇ ਨੇੜੇ ਨੇੜੇ ਰਹਿੰਦੇ ਆ, ਕੰਮਕਾਰ ਸਾਂਭਣ ਲੱਗ ਪਏ ਹੈ। ਉਧਰ ਦੂਜੇ ਬੰਨੇ ਬਾਬਾ ਜੀ ਬਾਬਾ ਮਹਾਦੇਵ ਜੀ ਬਿਲਕੁਲ ਮਸਤ ਸੁਭਾਅ ਦੇ ਨੇ, ਤੇ ਤੀਸਰੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਆਪ ਭਗਤੀ ਨੇ ਹੀ ਅਵਤਾਰ ਧਾਰਨ ਕੀਤਾ ਹੈ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੌਣ ਉਤਰਿਆ? ਭੱਟ ਸਾਹਿਬਾਨ ਨਾ ਬਾਣੀ ਵਿੱਚ ਲਿਖਦੇ ਆ, ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਆ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਕੀ ਆਏ ਆ? ਪਰਮੇਸ਼ਰ ਦੇ ਭਗਤ ਉਤਰ ਕੇ ਆਏ ਆ। ਕਹਿੰਦੇ ਆ ਇਹ ਮਹਾਰਾਜ ਗਰੀਬ ਨਵਾਜ ਭਗਤ ਦਾ ਰੂਪ ਹਨ, ਤੇ ਭਗਤੀ ਨੇ ਹੀ ਆਪ ਮਾਨੋ ਸਰੀਰ ਧਾਰਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਵਾਹਿਗੁਰੂ ਦੀ ਯਾਦ ਵਿੱਚ ਲੀਨ ਰਹਿੰਦੇ ਆ, ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਆ, ਸੁਰਤ ਨਾਮ ਵਿੱਚ ਜੋੜ ਕੇ ਰੱਖਦੇ ਆ। ਗੁਰੂ ਰਾਮਦਾਸ ਜੀ ਦੇ ਬਹੁਤਾ ਕੋਲ ਨਹੀਂ ਜਾਂਦੇ। ਲੋਕ ਕਹਿੰਦੇ ਆ ਦੀਵਾਨੇ ਮਸਤਾਨੇ ਹੀ ਲੱਗਦੇ ਆ, ਛੋਟੇ ਆ, ਕੰਮਕਾਰ ਕਰਨਾ ਨਹੀਂ ਆਉਂਦਾ, ਪਰ ਅਸਲ ਵਿੱਚ ਗੁਰੂ ਰਾਮਦਾਸ ਜੀ ਜਾਣਦੇ ਆ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਕੋਲ ਕਿਉਂ ਨਹੀਂ ਆ ਕੇ ਬੈਠਦੇ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਸੰਗਤ ਦੀ ਕਥਾ ਸਰਵਣ ਕਰਨੀ ਹੈ।
ਬੜੇ ਪਿਆਰ ਨਾਲ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਫਿਰ ਕਹੋ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਦਿਨ ਸੰਗਤ ਭਈ ਕਨੇਰੀ। ਇੱਕ ਦਿਨ ਮਹਾਰਾਜ ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤ ਆਈ ਜੀ। ਹਾਂਜੀ, ਸੁਨਿਓ ਚਾਹੈ ਬਾਣੀ ਗੁਰ ਕੇਰੀ। ਤੇ ਸੰਗਤ ਮਹਾਰਾਜ ਦੇ ਆਲੇ ਦੁਆਲੇ ਬੈਠ ਗਈ ਜੀ। ਕੀਰਤਨ ਸੰਪੂਰਨ ਹੋ ਗਿਆ। ਸੰਗਤ ਦੇ ਮਨ ਦੀ ਇੱਛਾ ਸੀਗੀ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖੋਂ ਕੋਈ ਅੰਮ੍ਰਿਤ ਬਚਨ ਸੁਣੇ ਜਾਣ, ਮਹਾਰਾਜ ਜੀ ਦੇ ਮੁਖੋਂ ਕੋਈ ਸਿੱਖਿਆ ਵਾਲੇ ਬਚਨ ਸੁਣੇ ਜਾਣ। ਇਹ ਸੰਗਤ ਦੀ ਕਈਆਂ ਨੂੰ ਹੀ ਸੁਭਾਅ ਹੁੰਦਾ ਜੇ ਵੀ ਗੁਰੂ ਦੀ ਹਜ਼ੂਰੀ ਵਿੱਚ ਆਏ ਆ, ਕੁਝ ਸੁਣ ਲਈਏ, ਕੁਝ ਸਿੱਖ ਲਈਏ। ਕਈ ਬੈਠੇ ਵੀ ਉਹਨਾਂ ਦੀ ਸੁਰਤ ਕਿਤੇ ਹੋਰ ਹੀ ਤੁਰੀ ਫਿਰਦੀ ਹੁੰਦੀ ਹੈ। ਉਹ ਪਤਾ ਲੱਗ ਜਾਂਦਾ, ਬੰਦੇ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦੀ ਸੁਰਤ ਕਿੱਥੇ ਤੁਰੀ ਫਿਰਦੀ ਹੈ। ਇਹ ਸਤਸੰਗ ਵਿੱਚ ਬੈਠਾ ਹੀ ਹੈ, ਸਤਸੰਗ ਕਰ ਨਹੀਂ ਰਿਹਾ ਜੀ। ਸਾਰੀ ਪਤਾ ਲੱਗ ਜਾਂਦੀ ਹੈ। ਸੰਗਤ ਵਾਲੇ ਬੜੇ, ਜਿਹੜੇ ਸੰਗਤ ਕਰਦੇ ਆ ਨਾ, ਪ੍ਰੇਮੀ, ਬੜੇ ਪ੍ਰੇਮੀ ਨੇ। ਉਹਨਾਂ ਦੇ ਮਨ ਦੀ ਇੱਛਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖੋਂ ਅੰਮ੍ਰਿਤ ਬਚਨ ਸੁਣੀਏ। ਲੱਗਿਓ ਦੀਵਾਨ ਸਥਾਨ ਮਹਾਨ। ਬੜਾ ਵੱਡਾ ਦੀਵਾਨ ਲੱਗਾ। ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਈਆਂ ਹੋਈਆਂ ਨੇ। ਗੁਰਮੁਖ ਸਿੱਖ ਸੋ ਮਿਲੇ ਸੁਜਾਨ। ਗੁਰਮੁਖ ਸਿੱਖ ਮਿਲੇ ਐ, ਬੜੇ ਸਿਆਣੇ ਸਿੱਖ ਮਿਲੇ ਐ, ਭਲੇ ਸਿੱਖ ਮਿਲੇ ਐ, ਸਾਰੇ ਆ ਕੇ ਬੈਠੇ ਹੋਏ ਐ। ਹਾਂਜੀ, ਗਨ ਚਕੋਰ ਜਨ ਭਏ ਅਸ਼ੇਖੈ। ਸਤਿਗੁਰ ਬਦਨ ਚੰਦ ਕੋ ਦੇਖੈ। ਜਿਵੇਂ ਸਾਧ ਸੰਗਤ ਜੀ ਚਕੋਰ ਚੰਦ ਵੱਲ ਵੇਖਦੀ ਰਹਿੰਦੀ ਹੈ, ਤੇ ਚਕੋਰਾਂ ਦਾ ਝੁੰਡ ਹੋਵੇ ਉਹ ਵੀ ਚੰਦ ਵੱਲ ਵੇਖਦਾ ਹੈ ਜੀ। ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਦਾ ਇਕੱਠ ਹੋਇਆ ਤੇ ਚੰਦ ਸਰੂਪ ਹੈ ਗੁਰੂ ਰਾਮਦਾਸ ਜੀ ਦਾ ਜੀ। ਸੰਗਤਾਂ ਮਹਾਰਾਜ ਜੀ ਦੇ ਚਿਹਰੇ ਵੱਲ ਵੇਖ ਰਹੀਆਂ ਬੜੇ ਪਿਆਰ ਨਾਲ। ਹਾਂਜੀ, ਚਾਤ੍ਰਿਕ ਬ੍ਰਿੰਦ ਤ੍ਰਿਖਾ ਤੁਰ ਬਹੁ ਲਹੈ। ਗੁਰ ਘਨ ਤੇ ਉਪਦੇਸ਼ ਬੂੰਦ ਚਹੈ। ਤੇ ਸਾਰੇ ਸਿੱਖ ਨਾ ਜਿਵੇਂ ਬਬੀਹਾ ਪਾਣੀ ਦੀ ਬੂੰਦ ਚਾਹੁੰਦਾ ਨਾ, ਉਸੇ ਤਰ੍ਹਾਂ ਸਿੱਖ ਜਿਹੜੇ ਐ ਉਹ ਚਾਹੁੰਦੇ ਐ ਅੱਜ ਗੁਰੂ ਰਾਮਦਾਸ ਸਾਹਿਬ ਸਾਡੇ ਤੇ ਮਿਹਰ ਕਰਨ, ਸਾਨੂੰ ਕੋਈ ਬਚਨ ਸੁਣਾ ਦੇਣ। ਹਾਂਜੀ, ਸਭ ਸਿੱਖਿਆਨ ਕੀ ਲਖ ਕਰ ਲਾਲਸ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਜਾਣ ਗਏ ਵੀ ਸਿੱਖ ਨਾ ਸਾਡੇ ਮੁਖੋਂ ਕੁਝ ਸੁਣਨਾ ਚਾਹੁੰਦੇ ਐ। ਸਾਰੇ ਸਿੱਖਾਂ ਦੇ ਮਨ ਦੀ ਭਾਵਨਾ ਨੂੰ ਜਾਣ ਕੇ ਲਾਗੇ ਸਤਿਗੁਰ ਕਹਿਨ ਕਿਰਪਾਲਸ। ਤੇ ਕਿਰਪਾਲੂ ਸੱਚੇ ਪਾਤਸ਼ਾਹ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਜੀ ਨੇ ਬਚਨ ਆਰੰਭ ਕੀਤੇ ਜੀ। ਹੁਣ ਗੁਰੂ ਰਾਮਦਾਸ ਜੀ ਬਚਨ ਕਰਨ ਲੱਗੇ ਐ। ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਕਹੋ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹਾਂਜੀ, ਜੇ ਕੋ ਮੇਰੋ ਸਿੱਖ ਕਹਾਵਹ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਿਆਰਿਓ, ਜੇ ਕੋਈ ਮੇਰਾ ਸਿੱਖ ਕਹਾਉਣਾ ਚਾਹੁੰਦਾ ਹੈ। ਕੌਣ ਕਹਿ ਰਿਹਾ ਜੀ? ਇਹ ਗੁਰੂ ਰਾਮਦਾਸ ਹੈ। ਭਾਵ ਜੇ ਕੋਈ ਸਾਡਾ ਸਿੱਖ ਬਣਨਾ ਚਾਹੁੰਦਾ ਹੈ। ਹਾਂਜੀ, ਸ਼ੁਭ ਗਤ ਅੰਤ ਸਮੈ ਲਲਚਾਵੈ ਹੈ। ਤੇ ਜਿਹੜੇ ਸਾਡੇ ਸਿੱਖ ਨੇ ਉਹ ਚਾਹੁੰਦੇ ਆ ਵੀ ਮਰਨ ਲੱਗਿਆਂ ਸਾਡੀ ਸ਼ੁਭ ਗਤੀ ਹੋਵੇ ਜੀ। ਮੌਤ ਦਾ ਦੁੱਖ ਬੜਾ ਭਿਆਨਕ ਹੈ ਸਾਧ ਸੰਗਤ ਜੀ। ਅੰਤ ਸਮੇਂ ਸਾਡੀ ਸ਼ੁਭ ਗਤੀ ਹੋਵੇ, ਐਸੀ ਕਾਮਨਾ ਚਾਹੁੰਦੇ ਆ ਸਾਡੇ ਸਿੱਖ। ਹਾਂਜੀ, ਸੇਵਾ ਕਰਨ ਬਿਖੇ ਚਿਤ ਕਰੈ। ਹਾਂਜੀ, ਔਰ ਹੰਕਾਰ ਨ ਕਬਹੂ ਧਰੈ। ਤੇ ਇਸ ਕਰਕੇ ਜੇ ਭਾਈ ਸਾਡੇ ਸਿੱਖ ਤੁਸੀਂ ਬਣਨਾ ਤੇ ਇੱਕ ਕੰਮ ਕਰਨਾ, ਸੇਵਾ ਵਿੱਚ ਚਿੱਤ ਰੱਖਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਵਿੱਚ ਚਿੱਤ ਰੱਖਣਾ, ਹਉਮੈ ਨਹੀਂ ਕਰਨੀ ਜੀ। ਸੇਵਾ ਕਰਨ ਵਾਲਿਆਂ ਨੂੰ ਹਉਮੈ ਜ਼ਿਆਦਾ ਆਉਂਦੀ ਜੀ ਆਮ ਬੰਦਿਆਂ ਤੋਂ, ਮੈਂ ਵੇਖਿਆ ਜੀ। ਸੇਵਾ ਕਰਨ ਵਾਲੇ ਜ਼ਿਆਦਾ ਹਉਮੈ ਵਿੱਚ ਹੁੰਦੇ ਜੀ।
ਪਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸੇਵਾ ਕਰਨੀ ਹੈ ਤੇ ਹੰਕਾਰ ਨਹੀਂ ਕਰਨਾ। ਹਾਂਜੀ। ਅਪਰ ਜੁਗਨ ਮਹਿ ਤਪ ਕੋ ਤਾਪਨ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਭਾਈ ਪਿਆਰਿਓ, ਪਹਿਲੇ ਯੁੱਗਾਂ ਵਿੱਚ ਲੋਕ ਤਪ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਕੀ ਕਰਦੇ ਸਨ? ਤਪ ਕਰਦੇ ਸਨ। ਹਾਂਜੀ। ਸਹੈ ਕਸ਼ਟ ਬਹੁ ਬਿਦ ਤਨ ਆਪਨ। ਤੇ ਤਪ ਕਰਦਿਆਂ ਆਪਣੇ ਸਰੀਰ ਤੇ ਕਸ਼ਟ ਵੀ ਸਹਿੰਦੇ ਹੁੰਦੇ ਸੀਗੇ ਜੀ। ਤਪ ਕਰਨੇ ਸੌਖੇ ਨਹੀਂ ਸੀ ਹੁੰਦੇ ਸੰਗਤ ਜੀ। ਪਾਣੀ ਵਿੱਚ ਖਲੋਤੇ ਰਹਿਣਾ ਠੰਡ ਵਿੱਚ, ਗਰਮੀ ਵਿੱਚ ਅੱਗ ਦਾ ਸੇਕ ਸਹਾਰਨਾ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਤਪ ਕਰਦਿਆਂ ਬੜੇ ਕਸ਼ਟ ਸਹਾਰਦੇ ਸਨ ਜੀ। ਬੜੀ ਮਿਹਨਤ ਕਰਨੀ ਪੈਂਦੀ ਜੀ ਤਪ ਕਰਨ ਲੱਗਿਆਂ। ਨਿਰਮਲ ਅੰਤఃਕਰਨ ਕਰੇ ਹੈ। ਤੇ ਮਹਾਰਾਜ ਕਹਿਣ ਲੱਗੇ ਉਹ ਕਿਉਂ ਕਰਦੇ ਸੀ? ਸਾਡਾ ਮਨ ਨਿਰਮਲ ਹੋ ਜੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਨ ਸ਼ੁੱਧ ਹੋ ਜੇ, ਮਨ ਸਾਫ ਸੁਥਰਾ ਹੋ ਜੇ ਜੀ। ਇਸ ਕਰਕੇ ਤਪ ਕਰਦੇ ਹੁੰਦੇ ਸੀਗੇ ਜੀ। ਹਾਂਜੀ। ਹਵੈ ਨਿਸ਼ਕਾਮ ਆਨੰਦ ਥਿਰੇ ਹੈ। ਤੇ ਨਿਸ਼ਕਾਮ ਭਾਵਨਾ ਦੇ ਨਾਲ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਯਤਨ ਕਰਦੇ ਸੀਗੇ ਵੀ ਸਾਨੂੰ ਆਨੰਦ ਮਿਲੇ। ਹਾਂਜੀ। ਸੋ ਤਪ ਕੋ ਅਬ ਸਮਾ ਨ ਜਾਨੋ। ਜਿਹੜੇ ਤੇ ਨਿਰਮਲ ਅੰਤঃਕਰਨ ਕਰਨ ਵਾਸਤੇ ਤਪ ਕਰਦੇ ਸੀ ਉਹਨਾਂ ਦਾ ਮਨ ਨਿਰਮਲ ਹੁੰਦਾ ਸੀ। ਕਈ ਤਪ ਕਰਦੇ ਸੀ ਵੀ ਸਾਨੂੰ ਆਨੰਦ ਮਿਲੇ, ਉਹਨਾਂ ਨੂੰ ਆਨੰਦ ਮਿਲਦਾ ਸੀ। ਚੌਂਕੜੀ ਮਾਰ ਕੇ ਬੈਠੋ ਗੁਰਮੁਖੋ, ਸਾਵਧਾਨ ਹੋ ਕੇ। ਹਾਂ, ਉਹਨਾਂ ਦਾ ਮਨ ਨਿਰਮਲ ਹੁੰਦਾ ਸੀਗਾ ਜੀ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਪਿਆਰਿਓ, ਹੁਣ ਸਮਾਂ ਨਹੀਂ ਹੈਗਾ ਇੰਨਾ ਤਪ ਕਰਨ ਦਾ। ਕੋਈ ਪਹਾੜ ਤੇ ਜਾ ਕੇ ਚੜ੍ਹ ਜੇ, ਉੱਥੇ ਜਾ ਕੇ ਤਪ ਕਰਦਾ ਰਹੇ। ਕੋਈ ਪਾਣੀ 'ਚ ਬੈਠਾ ਰਵੇ। ਹੁਣ ਨਹੀਂ ਇੰਨਾ ਤਪ ਹੈਗਾ, ਕਲਯੁਗ ਦਾ ਸਮਾਂ ਹੈ। ਹਾਂਜੀ। ਸਤ ਸੰਗਤ ਕੀ ਸੇਵਾ ਠਾਨੋ। ਵਾਹ ਵਾਹ, ਗੁਰੂ ਰਾਮਦਾਸ ਜੀ ਨੇ ਸੌਖਾ ਹੀ ਕੰਮ ਕਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤਪ ਕਰਨ ਦੀ ਲੋੜ ਨਹੀਂ ਹੈਗੀ, ਸਤ ਸੰਗਤ ਦੀ ਸੇਵਾ ਕਰੋ, ਇਹੋ ਹੀ ਤਪ ਹੈਗਾ। ਕਹਿਣ ਲੱਗੇ ਹਾਂਜੀ, ਕਿੰਨਾ ਵਧੀਆ ਜੀ। ਇੱਥੇ ਚਾਦਰਾਂ ਝਾੜੋ, ਭਾਂਡੇ ਮਾਂਜੋ, ਝਾੜੂ ਫੇਰੋ, ਸੇਵਾ ਸਾਰੀ ਦੀ ਹੈ। ਜਿੰਨੀ ਮਰਜ਼ੀ ਕੋਈ ਕਰ ਲੇ ਜੀ। ਹਾਂਜੀ। ਤਪ ਤੇ 10 ਗੁਣ ਫਲ ਇਸ ਕੇਰਾ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਸਤ ਸੰਗਤ ਦੀ ਜਿਹੜਾ ਸੇਵਾ ਕਰੇਗਾ ਨਾ, ਉਹਨੂੰ ਤਪ ਕਰਨ ਨਾਲੋਂ ਵੀ 10 ਗੁਣਾ ਜ਼ਿਆਦਾ ਫਲ ਮਿਲੇਗਾ। ਕਹਿਣ ਲੱਗੇ ਗੁਰੂ ਕੀ ਸੰਗਤ ਦੀ ਸੇਵਾ ਦਾ ਕਿੰਨਾ ਵੱਡਾ ਫਲ ਹੈਗਾ ਜੀ। ਹਾਂਜੀ। ਇਹ ਬਚਨ ਸੁਣ ਕੇ ਵੀ ਜੇ ਕੋਈ ਸੇਵਾ ਨਾ ਕਰੇ ਤਾਂ ਉਹਦੀ ਮਾੜੀ ਕਿਸਮਤ ਹੀ ਹੋਏਗੀ ਜੀ। ਹਾਂਜੀ। ਅੰਤ ਸਮੇਂ ਬਲ ਲਹੈ ਬਡੇਰਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ 10 ਗੁਣਾ ਵੱਧ ਫਲ ਮਿਲੇਗਾ। ਅੰਤਮ ਸਮੇਂ ਮਨੁੱਖ ਨੂੰ ਬਲ ਮਿਲੇਗਾ ਜੀ। ਅੰਤਮ ਸਮੇਂ ਜਦੋਂ ਸਰੀਰ ਤਿਆਗਣਾ ਨਾ, ਉਦੋਂ ਸਰੀਰ ਸੌਖਾ ਛੁੱਟੇਗਾ। ਹਾਂਜੀ। ਤਪ ਕੋ ਬਹੁ ਦਿਨ ਜੇ ਨਿਤ ਤਾਪਤ, ਅਲਪ ਸਮੈ ਸੇਵਾ ਫਲ ਪਾਵਤ। ਬਹੁਤ ਦਿਨ ਤਪ ਕੀਤਾ ਕਿਸੇ ਬੰਦੇ ਨੇ ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਬਹੁਤ ਜ਼ਿਆਦਾ ਦਿਨ ਤਪ ਕਰਕੇ ਜਿਹੜਾ ਫਲ ਮਿਲਣਾ ਹੈ ਨਾ, ਉਹ ਗੁਰੂ ਘਰ ਵਿੱਚ ਕੁਝ ਘੰਟੇ ਸੇਵਾ ਕਰਕੇ ਮਿਲ ਜਾਣਾ। ਕੁਝ ਘੰਟੇ। ਹੁਣ ਦੱਸੋ ਸੇਵਾ ਮਹਾਨ ਹੋਈ ਕਿ ਨਹੀਂ ਹੋਈ ਜੀ? ਕਿਉਂਕਿ ਗੱਲ ਤਾਂ ਉਹਦੀ ਮੰਨੀ ਜਾਣੀ ਜਿਹਦਾ ਸਮੇਂ ਤੇ ਹੁਕਮ ਚੱਲਦਾ ਜੀ। ਹਾਂਜੀ। ਤੇ ਗੁਰੂ ਰਾਮਦਾਸ ਜੀ ਦਾ ਹੁਕਮ ਚੱਲਦਾ ਜੀ। ਮਹਾਰਾਜ ਕਹਿਣ ਲੱਗੇ ਸੇਵਾ ਥੋੜੀ ਕਰੋ, ਫਲ ਜ਼ਿਆਦਾ ਮਿਲੇਗਾ। ਤਪ ਜਿੰਨਾ ਫਲ ਮਿਲੇਗਾ। ਹਾਂਜੀ। ਦਿੜ ਸ਼ਰਧਾ ਧਰ ਸੇਵਾ ਕਰੈ। ਪਰ ਗੱਜ ਕੇ ਆਖੋ ਵਾਹਿਗੁਰੂ। ਸੇਵਾ ਕਰਨੀ ਕਿਵੇਂ ਹੈ? ਗੁਰੂ ਰਾਮਦਾਸ ਸਾਹਿਬ ਕਹਿੰਦੇ ਭਰੋਸਾ ਰੱਖ ਕੇ ਸੇਵਾ ਕਰਨੀ ਹੈ। ਸੇਵਾ ਬੜੇ ਲੋਕ ਕਰਨ ਦੇ, ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਹੈਗੀ ਜੀ। ਵੇਖੀਦਾ ਹਰਿਮੰਦਰ ਸਾਹਿਬ ਵੀ ਵੇਖੀਦਾ, ਹੋਰ ਸਥਾਨਾਂ ਤੇ ਵੀ ਵੇਖੀਦਾ। ਪਰ ਸੇਵਾ ਕਰਦਿਆਂ ਕਰਦਿਆਂ ਜਿਹੜੀ ਹਉਮੈ ਨਹੀਂ ਨਾ ਛੱਡਦੇ, ਇਹ ਕੰਮ ਮਾੜਾ ਹੈਗਾ ਜੀ। ਸ਼ਰਧਾ ਦੇ ਨਾਲ ਸੇਵਾ ਕਰਨੀ ਹੈ। ਜਿਹੜਾ ਪੁਰਸ਼
ਸ਼ਰਧਾ ਦੇ ਨਾਲ ਸੇਵਾ ਕਰੇਗਾ, ਭਰੋਸੇ ਨਾਲ ਸੇਵਾ ਕਰੇਗਾ, ਪ੍ਰੇਮ ਨਾਲ ਸੇਵਾ ਕਰੇਗਾ, ਜਨਮ ਮਰਨ ਭਵ ਜਲ ਤੇ ਤਰੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹਦਾ ਜਨਮ ਮਰਨ ਛੁੱਟ ਜਾਏਗਾ, ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਸੰਗਤ ਜੀ, ਜਨਮ ਮਰਨ ਛੁੱਟਣੇ ਛੋਟੀਆਂ ਗੱਲਾਂ ਨਹੀਂ ਹੈਗੀਆਂ ਜੀ। ਤੇ ਮਹਾਰਾਜ ਨੇ ਬਚਨ ਕਰ ਦਿੱਤਾ, ਜਿਹੜਾ ਪਿਆਰ ਨਾਲ ਸੇਵਾ ਕਰੇਗਾ ਉਹਦਾ ਛੁੱਟ ਜਾਏਗਾ। ਹਾਂਜੀ, ਆਪਾ ਕਬਹੁ ਜਨਾਵਨ ਨਾਹਿਨ। ਆਪਾਂ ਨਹੀਂ ਜਨਾਉਣਾ, ਆਪਾਂ ਨਹੀਂ ਜਨਾਉਣਾ ਵੀ ਅਸੀਂ ਕੁਝ ਹੈਗੇ ਆ, ਆਪਾਂ ਨਹੀਂ ਜਨਾਉਣਾ ਸੇਵਾ ਕਰਦੇ ਆ ਜੀ। ਮੈਂ ਵੇਖਿਆ ਜੀ ਬਹੁਤ ਸਾਰੇ ਪੁਰਸ਼ ਉਹ ਇਸੇ ਗੱਲ ਦੇ ਮਾਣ ਵਿੱਚ ਤੁਰੇ ਫਿਰਦੇ ਵੀ ਅਸੀਂ ਸੇਵਾ ਕਰਦੇ ਆ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਆਪਾਂ ਨਹੀਂ ਜਨਾਉਣਾ। ਹਾਂਜੀ, ਕਹੈ ਕਠੋਰ ਦੁਖਾਵਹਿ ਕਾਹੇ ਨ। ਬਹੁਤੇ ਬੁਰੇ ਬੋਲ 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 ਕੇ, ਬਹੁਤੇ ਬੁਰੇ ਬੋਲ ਬੋਲ ਕੇ ਦੁਖਾਵੇ ਨਾ ਕਿਸੇ ਨੂੰ, ਮਹਾਰਾਜ ਕਹਿਣ ਲੱਗੇ। ਹਾਂਜੀ, ਸੇਵਾ ਕਰ ਲੈ ਚਤੁਰ ਪਦਾਰਥ। ਸੇਵਾ ਕਰੇ, ਚਾਰ ਪਦਾਰਥ ਨੂੰ ਮਿਲਣਗੇ। ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹਾਂਜੀ, ਗੁਰੂ ਸਾਹਿਬ ਦੀ ਸੇਵਾ ਦਾ ਬੜਾ ਵੱਡਾ ਫਲ ਹੈ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਸੇਵਾ ਕਰਨ ਵਾਲੇ ਨੂੰ ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਮਿਲਦੇ, ਜਿਹੜਾ ਸੇਵਾ ਕਰਦਾ ਜੀ। ਹਾਂਜੀ, ਗੁਰ ਸਿੱਖ ਸੇਵਹਿ ਹੋਇ ਕਿਰਤਾਰਥ। ਤੇ ਬਾਕੀ ਗੁਰਸਿੱਖਾਂ ਦੀ ਸੇਵਾ ਕਰੋ, ਉਹਦੇ ਨਾਲ ਕੀ ਹੋਏਗਾ? ਗੁਰਸਿੱਖਾਂ ਦੀ ਸੇਵਾ ਕੀਤਿਆਂ ਤੁਹਾਡਾ ਕਲਿਆਣ ਹੋਏਗਾ। ਬੜੇ ਐਸੇ ਸਿੱਖ ਵੇਖੇ ਆ, ਦਰਸ਼ਨ ਕੀਤੇ ਦਾਸ ਨੇ ਸਾਧ ਸੰਗਤ ਜੀ, ਜਿਹੜੇ ਗੁਰਸਿੱਖਾਂ ਦੀ ਸੇਵਾ 'ਚ ਤਤਪਰ ਹੀ ਰਹਿੰਦੇ ਆ। ਪਿਆਰ ਵਾਲੇ ਸਿੱਖਾਂ ਦੀ ਸੇਵਾ 'ਚ ਤਤਪਰ ਰਹਿੰਦੇ ਆ, ਭਾਵੇਂ ਉਹਨਾਂ ਦੇ ਜੋੜਾ ਫੜਾਉਣ ਦੀ ਹੋਵੇ, ਉਹਨਾਂ ਦੇ ਬਰਤਨ ਧੋਣ ਦੀ ਹੋਵੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਹੋਵੇ। ਔਰ ਇਹ ਬਚਨ ਹਵਾ 'ਚ ਨਾ ਲਿਓ ਵੀ ਸੁਣਦੇ ਤੇ ਠੀਕ ਹੈ, ਭਾਈ ਨੇ ਕਥਾ ਬੋਲ ਦਿੱਤੀ ਠੀਕ ਹੈ। ਗੁਰੂ ਕੇ ਸਿੱਖਾਂ ਦੀ ਸੇਵਾ ਦਾ ਬੜਾ ਵੱਡਾ ਫਲ ਹੈਗਾ ਜੀ। ਹਾਂਜੀ, ਬਿਨ ਸੇਵਾ ਤੇ ਭਗਤ ਨਾ ਪਾਵਹਿ। ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਬੰਦਾ ਸੇਵਾ ਨਹੀਂ ਨਾ ਕਰਦਾ, ਉਹ ਬੰਦਾ ਭਗਤੀ ਨਹੀਂ ਕਰ ਸਕਦਾ ਜੀ। ਸੇਵਾ ਤੋਂ ਬਗੈਰ ਭਗਤੀ ਨਹੀਂ ਮਿਲਦੀ ਜੀ। ਤੇ ਕਹਿੰਦੇ ਕਈ ਬੜਾ ਕਰਦਾ ਸਾਡਾ ਵੀ ਭਗਤੀ ਕਰੀਏ, ਪਰ ਸਾਧ ਸੰਗਤ ਜੀ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਭਗਤੀ ਕਰਨ ਦਾ। ਚਲੋ ਬੱਧੋ ਰੁੱਟੀ ਜੇ ਉਹ ਸ਼ੁਰੂ ਵੀ ਹੋ ਜਾਣ, ਭਗਤੀ ਕਰਨੀ ਰਸ ਨਹੀਂ ਵੱਜਦਾ ਕੋਈ ਜੀ। ਮਹਾਰਾਜ ਕਹਿਣ ਲੱਗੇ, ਜਿਹੜੀ ਭਗਤੀ ਦੀ ਦਾਤ ਹੈ ਨਾ, ਇਹ ਸੇਵਾ ਵਿੱਚੋਂ ਮਿਲਣੀ ਜੀ। ਹਾਂਜੀ, ਪਹਿਲੇ ਦਿਨ ਆਖੇ ਜੀ ਮੈਂ ਸਮਾਧੀ ਲਾਉਣ ਲੱਗਾ, 10 ਘੰਟੇ ਨਾਮ ਜਪਣਾ, ਨਹੀਂ, ਪਹਿਲਾਂ ਸੇਵਾ ਕਰੇ ਜੀ। ਸੇਵਾ ਕਰ ਕਰਕੇ ਭਾਂਡਾ ਬਣਾਵੇ। ਭਾਂਡਾ ਤੇ ਬਣਾਉਣ ਨਹੀਂ ਦਿਆ ਜੀ, ਵਸਤੂ ਇਕੱਠੀ ਕਰ ਰਿਹਾ, ਲਾਭ ਕਿਵੇਂ ਹੋਏਗਾ ਜੀ? ਪਹਿਲਾਂ ਸੇਵਾ ਕਰਕੇ ਭਾਂਡਾ ਬਣਾਵੇ ਜੀ। ਮਹਾਰਾਜ ਕਹਿਣ ਲੱਗੇ, ਸੇਵਾ ਤੋਂ ਬਗੈਰ ਭਗਤੀ ਦੀ ਦਾਤ ਨਹੀਂ ਮਿਲਦੀ। ਭਗਤ ਬਿਨਾ ਨਹਿ ਗਿਆਨ ਉਪਾਵਹਿ। ਭਗਤੀ ਤੋਂ ਬਿਨਾ ਗਿਆਨ ਨਹੀਂ ਮਿਲਦਾ ਜੀ। ਹਾਂਜੀ, ਗਿਆਨ ਬਿਨਾ ਨਹਿ ਮੁਕਤ ਪਦਾਰਥ। ਤੇ ਗਿਆਨ ਤੋਂ ਬਗੈਰ ਮੁਕਤੀ ਦਾ ਪਦਾਰਥ ਨਹੀਂ ਪ੍ਰਾਪਤ ਹੁੰਦਾ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਕਈ ਸਿੱਖ ਬਹੁਤ ਨਾਮ ਜਪਦੇ, ਉਹਨਾਂ ਕੋਲ ਸੇਵਾ ਦਾ ਨਿਯਮ ਨਹੀਂ ਹੁੰਦਾ ਜੀ। ਹੈਗੇ ਐਸੇ ਸਿੱਖ ਜੀ, ਤੁਸੀਂ ਕਹੋ ਜੀ ਉਹ ਤੇ ਉਹਨਾਂ ਨੂੰ ਭਗਤੀ ਦੀ ਦਾਤ ਉਹਨਾਂ ਦੇ ਕੋਲ ਹੈ, ਉਹ ਤੇ ਸੇਵਾ ਨਹੀਂ ਕਰਦੇ ਜੀ। ਪਿਆਰਿਓ, ਹੋ ਸਕਦਾ ਇਸ ਜਨਮ 'ਚ ਨਹੀਂ ਸੇਵਾ ਕੀਤੀ, ਪਹਿਲੇ ਜਨਮਾਂ 'ਚ ਸੇਵਾ ਕੀਤੀ ਹੋਵੇ ਜੀ, ਤਾਂ ਉਹਨਾਂ ਨੂੰ ਇਹ ਦਾਤ ਮਿਲੀ ਹੈ। ਮਹਾਰਾਜ ਗਰੀਬ ਨਵਾਜ਼ ਕਹਿੰਦੇ, ਮੁੱਢ ਸੇਵਾ ਹੈ, ਗੁਰੂ ਘਰ ਦੀ ਸੇਵਾ ਹੈ, ਗੁਰਸਿੱਖਾਂ ਦੀ ਸੇਵਾ ਹੈ। ਸੇਵਾ ਤੋਂ ਭਗਤੀ, ਭਗਤੀ ਤੋਂ ਗਿਆਨ, ਗਿਆਨ ਤੋਂ ਮੁਕਤੀ ਮਿਲੇਗੀ। ਹਾਂਜੀ, ਸੇਵਾ ਮੂਲ ਸੋ ਕਰੋ ਕਿਰਤਾਰਥ। ਇਸ ਕਰਕੇ ਸੇਵਾ ਸਭ ਦਾ ਮੁੱਢ ਹੈ। ਸੇਵਾ ਸਭ ਦਾ ਮੁੱਢ ਹੈ। ਅੱਜ ਮੈਂ ਇੱਕ ਗੁਰਮੁਖਾਂ ਕੋ ਬੈਠਾ, ਉਹ ਕਹਿੰਦੇ ਮੇਰੀ ਇਹ ਅਰਦਾਸ ਪੱਕੀ ਹੁੰਦੀ ਹੈ ਨਿਤਨੇਮ ਤੋਂ ਬਾਅਦ, ਹੇ ਮਹਾਰਾਜ ਅਸੀਂ ਤੁਹਾਡੀ
ਤੇ ਤੁਹਾਡੇ ਗੁਰਸਿੱਖਾਂ ਦੀ ਸੇਵਾ ਆਪਣੇ ਪਰਿਵਾਰ ਸਮੇਤ ਕਰਦੇ ਰਹੀਏ। ਮਹਾਰਾਜ ਸਾਨੂੰ ਇਸ ਗੱਲ ਦਾ ਬਲ ਬਖਸ਼ਿਓ। ਕਿਸ ਗੱਲ ਦਾ? ਅਸੀਂ ਤੁਹਾਡੇ ਸਿੱਖਾਂ ਦੀ ਸੇਵਾ ਆਪ ਕਰਦੇ ਰਹੀਏ। ਸੇਵਾ ਕਰਦੇ ਅਸੀਂ ਅੱਕੀਏ ਥੱਕੀਏ ਨਾ, ਸੇਵਾ ਕਰਦੇ ਅੱਕੀਏ ਥੱਕੀਏ ਨਾ। ਗੁਰਸਿੱਖਾਂ ਦੇ ਜੀਵਨ ਵਿੱਚ ਮਿਲਦੇ ਸੇਵਾ ਦੇ ਪ੍ਰਸੰਗ ਜੀ, ਗੱਜ ਕੇ ਆਖੋ ਵਾਹਿਗੁਰੂ। ਮਿਲਦੇ ਸੇਵਾ ਦੇ ਪ੍ਰਸੰਗ ਜੀ। ਮੈਂ ਇੱਕ ਅੱਧੇ ਗੁਰਮੁਖ ਦਾ ਕਹਿ ਦਿਆਂ, ਕਿਉਂਕਿ ਗੁਰਮੁਖਾਂ ਨੇ ਘਾਲਣਾ ਘਾਲੀ ਹੈ, ਔਰ ਸੇਵਾ ਕਰਦਿਆਂ ਆਪਾਂ ਨਹੀਂ ਟਣਾਇਆ ਜੀ। ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਗੁਰਮੁਖ ਹੋਏ ਆ ਜੀ, ਮਹਾਂਪੁਰਖ। ਉਹਨਾਂ ਬਾਰੇ ਗੁਰਮੁਖ ਦੱਸਦੇ ਆ, ਕਹਿੰਦੇ ਆ ਸਾਰੀ ਦਿਹਾੜੀ ਖਲੋ ਕੇ ਸੰਗਤ ਕੋਲੋਂ ਸੇਵਾ ਕਰਵਾਉਣੀ, ਆਪ ਵੀ ਸੇਵਾ ਕਰਨੀ, ਆਪਾਂ ਨਹੀਂ ਜਨਾਉਣਾ। ਪਤਾ ਕੀ ਕਰਨਾ ਜੀ? ਲੰਗਰ ਦੇ ਪ੍ਰਸ਼ਾਦੇ ਜਿਹੜੇ ਵੱਧ ਜਾਂਦੇ ਸਨ ਉਹ ਸੁੱਕ ਜਾਂਦੇ ਆ। ਸੁੱਕਾ ਪ੍ਰਸ਼ਾਦਾ ਲੈ ਕੇ ਤੇ ਉਹ ਪਾਣੀ 'ਚ ਡੋਬ ਡੋਬ ਕੇ ਛਕਣਾ, ਨਾਲੇ ਕਹਿਣਾ ਤਾਜ਼ੇ ਪ੍ਰਸ਼ਾਦੇ ਤੇ ਸੇਵਾਦਾਰਾਂ ਨੂੰ ਫੱਬਦੇ ਆ, ਮੈਂ ਤੇ ਸਾਰੀ ਦਿਹਾੜੀ ਵਿਹਲਾ ਬੈਠਾ ਰਹਿਣਾ। ਗੱਜ ਕੇ ਆਖੋ ਵਾਹਿਗੁਰੂ। ਕਿੰਨੀ ਵੱਡੀ ਨਿਮਰਤਾ ਦਾ ਜੀਵਨ ਹੈ ਜੀ ਉਹਨਾਂ ਦਾ ਜੀ। ਤਾਜ਼ੇ ਪ੍ਰਸ਼ਾਦੇ ਤੇ ਸੇਵਾਦਾਰਾਂ ਨੂੰ ਫੱਬਦੇ, ਜਿਹੜੇ ਸੇਵਾ ਕਰਦੇ ਆ, ਮੈਂ ਤੇ ਵਿਹਲਾ ਬੈਠਾ ਰਹਿਣਾ ਜੀ। ਇੰਨੀ ਨਿਮਰਤਾ ਜੀ। ਤੇ ਸੇਵਾ ਸਾਰੀ ਸਾਰੀ ਦਿਹਾੜੀ ਕਰਨੀ। ਤੇ ਪਿਆਰਿਓ, ਆਸੇ ਪਾਸੇ ਜਿੰਨੇ ਸਿੱਖ ਸੀ ਨਾ ਜੀ, ਦਰਸ਼ਨ ਕਰਕੇ ਹੀ ਨਿਹਾਲ ਹੁੰਦੇ ਸੀਗੇ ਜੀ ਉਹਨਾਂ ਦੇ ਜੀ। ਇੱਕ ਸਿੱਖ ਨਹੀਂ, ਬੜੇ ਸਿੱਖ ਬੈਠੇ ਆ ਜਿਹੜੇ ਹੁਣ ਵੀ ਸੇਵਾ ਕਰ ਰਹੇ ਆ। ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਇਹ ਤੇ ਮੈਂ ਗੱਪ ਨਹੀਂ ਨਾ ਮਾਰ ਰਿਹਾ। ਤੁਸੀਂ ਕਹੋਗੇ ਜੀ ਇਹ ਝੂਠ ਹੈ, ਬਿਲਕੁਲ ਨਹੀਂ। ਜਾ ਕੇ ਵੇਖ ਲਓ, ਉਹ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਦਿਨ ਰਾਤ ਹੀ ਸੇਵਾ ਕਰਦੇ ਜੀ। ਆਸੇ ਪਾਸੇ ਇਹ ਗੱਲ ਮਸ਼ਹੂਰ ਹੈ ਵੀ ਅਸੀਂ ਬਾਬਾ ਜੀ ਨੂੰ ਕਦੇ ਸੁੱਤਿਆਂ ਨਹੀਂ ਵੇਖਿਆ ਜੀ। ਇਹਦਾ ਭਾਵ ਉਹ ਸੇਵਾ ਬੜੀ ਕਰਦੇ ਜੀ। ਕੋਈ ਚਲੇ ਜੇ, ਕਿਸੇ ਸਮੇਂ ਚਲੇ ਜੇ, ਉਹਨਾਂ ਸੇਵਾ ਵਿੱਚ ਹਾਜ਼ਰ ਮਿਲਣਾ ਜੀ। ਤੇ ਬਖਸ਼ਿਸ਼ਾਂ ਵੀ ਵੱਡੀਆਂ ਜੀ, ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ ਉਹਨਾਂ ਕੋਲ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਸੇਵਾ ਮੁੱਢ ਹੈ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਮੁੱਢ ਹੈ। ਬਾਬਾ ਨਿਧਾਨ ਸਿੰਘ ਜੀ ਤੇ ਬਖਸ਼ਿਸ਼ਾਂ ਹੋਈਆਂ ਨੇ। ਕਿਵੇਂ ਹੋਈਆਂ ਨੇ? ਸੇਵਾ ਕਰਕੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ, ਉਹਦੇ ਕਰਕੇ ਬਖਸ਼ਿਸ਼ਾਂ ਹੋਈਆਂ ਨੇ। ਲੋਕਾਂ ਈਰਖਾ ਕੀਤੀ, ਉਹ ਤੁਰ ਪਏ ਵੀ ਵਾਪਸ ਚੱਲਦੇ ਹਾਂ ਅਸੀਂ ਤੇ ਸੇਵਾ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਟੇਸ਼ਨ ਤੇ ਮਿਲ ਪਏ, ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਸੇਵਾ ਕਰ, ਜੇਬ ਮੇਰੀ ਹੋਏਗੀ, ਹੱਥ ਤੇਰਾ ਹੋਏਗਾ, ਜਿੰਨੀ ਮਾਇਆ ਚਾਹੀਦੀ ਵਰਤੀ ਜਾਈ, ਖੀਸਾ ਮੇਰਾ, ਹੱਥ ਤੇਰਾ। ਉਹ ਵੀ ਸੇਵਾ ਵਾਲੇ ਹੀ ਸਨ ਜੀ। ਤੇ ਸੇਵਾ ਕਿਹੜੇ ਕਿਹੜੇ ਗੁਰਸਿੱਖਾਂ ਨੇ ਕੀਤੀ, ਕਮਾਲ ਕੀਤੀ ਜੀ, ਜਿਹੜੇ ਗੁਰਸਿੱਖਾਂ ਨੇ ਕੀਤੀ ਜੀ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬਾਬਾ ਸੋਹਣ ਸਿੰਘ ਜੀ ਬਿਧੀ ਚੰਦਗੇ, ਸਾਧ ਸੰਗਤ ਜੀ, ਦਲ ਬਾਬਾ ਬਿਧੀ ਚੰਦ ਦੇ ਮੁਖੀ। ਕੋਈ ਮੈਂ ਪੁਰਾਣੀ ਬਾਤ ਨਹੀਂ ਕਰ ਰਿਹਾ ਵੀ ਅਣਹੋਣੀ ਗੱਲ ਹੈ। ਅੱਜ ਵੀ ਬਜ਼ੁਰਗ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਉਹ ਦੱਸਦੇ ਆ, ਕਹਿੰਦੇ ਸੰਗਤ ਵਾਸਤੇ ਪ੍ਰਸ਼ਾਦੇ ਆਪਣੇ ਹੱਥੀਂ ਤਿਆਰ ਕਰਦੇ ਸਨ। ਇੱਕਦਮ ਬੈਠੇ ਤੇ ਸੰਗਤ ਬੜੀ ਆ ਗਈ ਤੇ ਪ੍ਰਸ਼ਾਦੇ ਤਿਆਰ ਕਰ ਰਹੇ ਸਨ। ਤੇ ਨਿਹੰਗ ਸਿੰਘਾਂ ਵਿੱਚ ਨਾ ਕਿਸੇ ਦੂਜੇ ਨੂੰ ਲੱਗਣ ਨਹੀਂ ਦਿੰਦੇ ਜੀ, ਆਪ ਹੀ ਬਣਾਉਂਦੇ, ਛਕਾਉਂਦੇ, ਸਾਰਾ ਕੁਝ ਕਰਦੇ। ਤੇ ਬਾਬਾ ਜੀ ਹੋਣਾ ਲੋਹ ਤੇ ਨਾ ਜੀ ਕਈ ਪ੍ਰਸ਼ਾਦੇ ਪਾ ਦਿੱਤੇ, ਵੱਡੀ ਲੋਹ ਤੇ ਛੇਤੀ ਛੇਤੀ ਵੇਲ ਕੇ ਪ੍ਰਸ਼ਾਦੇ ਪਾਏ। ਤੇ ਇੰਨੀ ਥਈ ਪ੍ਰਸ਼ਾਦਿਆਂ ਦੀ ਲਈ, ਛੇਤੀ ਛੇਤੀ ਵਰਤਾ ਦਿੱਤੀ, ਪ੍ਰਸ਼ਾਦੇ ਸੜਨ ਨਹੀਂ ਦਿੱਤੇ। ਆਉਣ ਲੱਗੇ ਆ ਵਾਹਿਗੁਰੂ, ਆ ਕੇ ਫਿਰ ਪ੍ਰਸ਼ਾਦੇ ਥਲ ਦਿੱਤੇ ਜੀ। ਛੇਤੀ ਛੇਤੀ ਪ੍ਰਸ਼ਾਦੇ ਵਰਤਾ ਕੇ ਪ੍ਰਸ਼ਾਦੇ ਫਿਰ ਥਲ ਦਿੱਤੇ ਜੀ। ਸੇਵਾ ਦਾ ਜਜ਼ਬਾ ਹੈ ਪਿਆਰਿਓ। ਜਿਨ੍ਹਾਂ ਨੇ ਘਾਲਣਾ ਕੀਤੀ, ਮਿਹਨਤਾਂ ਕੀਤੀਆਂ, ਕਮਾਈਆਂ ਕੀਤੀਆਂ ਜੀ। ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਬਖਸ਼ਿਸ਼ਾਂ ਮਿਲਦੀਆਂ। ਸੇਵਾ ਜੜ 'ਚ ਜੇ ਆਪਣਾ ਭਲਾ ਚਾਹੁੰਦੇ ਹੋ,
ਗੁਰਸਿੱਖਾਂ ਦੀ ਸਤਿਗੁਰੂ ਦੀ ਸੇਵਾ ਕਰਨੀ ਇਹ ਜੜ ਹੈ। ਜੋ ਸਤ ਸੰਗਤ ਸੇਵਾ ਠਾਨੇ। ਗੁਰੂ ਰਾਮਦਾਸ ਸਾਹਿਬ ਅੱਗੋਂ ਕਹਿੰਦੇ ਜਿਹੜਾ ਸਤ ਸੰਗਤ ਦੀ ਸੇਵਾ ਕਰਦਾ ਹੈ, ਹਾਂਜੀ, ਸੋ ਬਹੁ ਪਿਆਰੋ ਮਨ ਮਾਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਮੈਨੂੰ ਬੜਾ ਚੰਗਾ ਲੱਗਦਾ। ਕੀ ਲੱਗਦਾ? ਉਹ ਮੈਨੂੰ ਬੜਾ ਚੰਗਾ ਲੱਗਦਾ। ਹੁਣ ਆਪਾਂ ਵੇਖ ਲਈਏ ਸਾਡਾ ਸੇਵਾ ਦਾ ਕਿੰਨਾ ਕੁ ਨਿਯਮ ਹੈਗਾ ਜੀ। ਹਾਂਜੀ, ਜਥਾ ਸ਼ਕਤ ਭੋਜਨ ਬਣਵਾਵੇ। ਜਿੰਨੀ ਪਹੁੰਚ ਹੈ ਪ੍ਰਸ਼ਾਦਾ ਬਣਵਾਵੇ। ਤੁਸੀਂ ਹੁਣੇ ਸੁਣਿਆ ਬਾਬਾ ਸੋਹਣ ਸਿੰਘ ਜੀ ਦੇ ਬਾਰੇ। ਪ੍ਰਸ਼ਾਦਾ ਛਕਾਉਣਾ, ਪ੍ਰਸ਼ਾਦੇ ਤਵੇ ਤੇ ਪਾ ਦੇਣੇ, ਸਾਰਿਆਂ ਨੂੰ ਵਰਤਾ ਕੇ ਫੇਰ ਆ ਕੇ ਥਲ ਦੇਣੇ ਜੀ। ਹਾਂਜੀ, ਕਿੰਨਾ ਚਾਅ ਜੀ ਸੇਵਾ ਦਾ। ਬਜ਼ੁਰਗ ਸਰੀਰ ਸੀਗਾ, ਉਦਮ ਕਿੰਨਾ ਜੀ ਉਹਨਾਂ ਦਾ ਜੀ। ਜਿੰਨੀ ਪਹੁੰਚ ਹੈ ਭੋਜਨ ਤਿਆਰ ਕਰਕੇ ਛਕਾਵੇ। ਹਾਂਜੀ, ਨਮਰ ਹੋਏ ਸਤ ਸਿੱਖ ਸੰਗਤ ਅਚਾਵੇ। ਨਮਰ ਹੋਏ ਸਿੱਖ ਸੰਤ ਅਚਾਵੇ, ਨਿਮਰਤਾ ਦੇ ਨਾਲ ਛਕਾਵੇ ਜੀ। ਇਹ ਨਹੀਂ ਵੀ ਪ੍ਰਸ਼ਾਦਾ ਛਕਾਉਣ ਲੱਗਿਆ ਦਬਕੇ ਮਾਰੀ ਜਾਵੇ। ਹਾਂਜੀ, ਕਈ ਛਕਾਉਣ ਲੱਗਿਆ ਦਬਕੇ ਮਾਰਦੇ ਆ, ਅੱਧਾ ਕਰ ਦਿੰਦੇ ਆ, ਰੌਲਾ ਪਾ ਦਿੰਦੇ, ਸੰਗਤ ਨੂੰ ਰਵਾ ਦਿੰਦੇ ਆ ਜੀ। ਮਹਾਰਾਜ ਕਹਿੰਦੇ ਨਹੀਂ, ਮਿੱਠੇ ਬੋਲ 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 ਕੇ ਛਕਾਵੇ। ਹਾਂਜੀ, ਚਰਨ ਪਖਾਰੈ ਨੀਰ ਪਿਵਾਵੇ। ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਰਾਹ ਕੱਚੇ ਹੁੰਦੇ ਸੀਗੇ, ਤੇ ਕੱਚੇ ਰਾਹ ਹੋਣ ਕਰਕੇ ਸੰਗਤਾਂ ਦੇ ਜਿਹੜੇ ਚਰਨ ਸਨ ਉਹਨਾਂ ਤੇ ਧੂੜ ਜੰਮ ਜਾਂਦੀ ਸੀਗੀ ਜੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਸੰਗਤਾਂ ਦੇ ਚਰਨ ਧਵਾਵੇ, ਜਲ ਛਕਾਵੇ ਗੁਰੂ ਕੀ ਸੰਗਤ ਨੂੰ ਜੀ। ਆ ਵੇਖ ਲੋ ਦਰਬਾਰ ਸਾਹਿਬ ਚਾਰੇ ਬਾਈਆਂ ਤੇ ਗੁਰੂ ਕੀਆਂ ਸੰਗਤਾਂ ਬੈਠੀਆਂ ਹੁੰਦੀਆਂ ਨਾ ਜਲ ਛਕਾਉਣ ਵਾਲੀਆਂ। ਗੱਜ ਕੇ ਆਖੋ ਵਾਹ। ਤੁਸੀਂ ਮਹੀਨਾ ਇਹ ਕੰਮ ਕਰ ਲੋ ਪਿਆਰਿਓ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਸੁਰਤ ਵੀ ਟਿਕਣੀ ਸ਼ੁਰੂ ਹੋ ਜਾਣੀ ਹੈ ਤੇ ਨਾਮ ਜਪਣ ਨੂੰ ਜੀ ਵੀ ਕਰਨਾ ਤੁਹਾਡਾ ਜੀ। ਕੁਝ ਕਰਨਾ ਤੇ ਪੈਣਾ ਨਾ, ਖੇਚਲ ਤੇ ਕਰਨੀ ਪੈਣੀ ਨਾ। ਅਸੀਂ ਕਹੀਏ ਖੇਚਲ ਵੀ ਨਾ ਕਰੀਏ ਤੇ ਕੰਮ ਵੀ ਬਣ ਜੇ। ਮਹਾਰਾਜ ਕਹਿਣ ਲੱਗੇ ਚਰਨ ਧਵਾਓ, ਸੰਗਤ ਨੂੰ ਜਲ ਛਕਾਇਆ ਕਰੋ। ਹਾਂਜੀ, ਕਰ ਬੀਜਨ ਲੈ ਪੌਣ ਚੁਲਾਵੇ। ਤੇ ਪੱਖਾ ਲੈ ਕੇ ਨਾ ਗੁਰੂ ਕੀਆਂ ਸੰਗਤਾਂ ਨੂੰ ਪੱਖਾ ਚੱਲਿਆ ਕਰੋ। ਤੇ ਪਿਆਰਿਓ ਗੁਰੂ ਰਾਮਦਾਸ ਜੀ ਕਹਿ ਹੀ ਨਹੀਂ ਰਹੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਇਆ ਹੈ। ਮਹਾਰਾਜ ਕਰਦੇ ਰਹੇ ਹੈ। ਹੁਣ ਸੇਵਾ ਦਾ ਪ੍ਰਸੰਗ ਸੁਣ ਰਹੇ ਹੋ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਦੀ ਪ੍ਰਣ ਕਰੋ, ਅੱਜ ਤੋਂ ਬਾਅਦ ਅਸੀਂ ਕੋਈ ਨਾ ਕੋਈ ਸੇਵਾ ਕਰਿਆ ਕਰਨੀ ਹੈ। ਸੇਵਾ ਨੇ ਤੁਹਾਡਾ ਜੀਵਨ ਉੱਚਾ ਚੁੱਕਣਾ ਜੀ। ਹਾਂਜੀ, ਚਾਂਪਹਿ ਚਰਨ ਮਧੁਰ ਕਹਿ ਬਾਣੀ। ਹੋਰ ਨਹੀਂ, ਮਹਾਰਾਜ ਕਹਿੰਦੇ ਮਿੱਠੇ ਬੋਲ ਬੋਲ ਕੇ ਤੇ ਕਿਸੇ ਦੇ ਚਰਨ ਹੀ ਘੁੱਟ ਦਿਆ ਕਰੋ। ਇੱਥੇ ਤੇ ਮਾਂ ਪਿਓ ਕਵੇ ਤੇ ਬੱਚੇ ਤਾਂ ਨਹੀਂ ਘੁੱਟਦੇ ਅੱਜ ਕੱਲ ਦੇ ਜੀ। ਮਿੱਠੇ ਬੋਲ ਬੋਲ ਕੇ ਨਾ ਗੁਰਸਿੱਖਾਂ ਦੀ ਮੁੱਠੀ ਚਾਪੀ ਕਰਿਆ ਕਰੋ। ਹਾਂਜੀ, ਪੱਟ ਪਹਿਰਾਵੇ ਬਿਨੈ ਬਖਾਨੀ। ਤੇ ਜੇ ਤੁਹਾਡੇ ਕੋਲ ਮਾਇਆ ਤੇ ਬੇਨਤੀ ਕਰਕੇ ਤੇ ਉਹਨਾਂ ਨੂੰ ਬਸਤਰ ਦਿਓ, ਗੁਰਸਿੱਖਾਂ ਨੂੰ, ਲੋੜਵੰਦਾਂ ਨੂੰ। ਸਾਰਾ ਜਗਤ ਗੁਰੂ ਰਾਮਦਾਸ ਜੀ ਦਾ ਉਪਦੇਸ਼ ਮੰਨਣ ਲੱਗ ਪਏ ਨਾ ਤੇ ਇਸ ਸੰਸਾਰ 'ਚ ਕੋਈ ਬੰਦਾ ਨੰਗਾ ਨਹੀਂ ਰਹਿ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਰਾ ਜਗਤ ਗੁਰੂ ਰਾਮਦਾਸ ਜੀ ਦਾ ਉਪਦੇਸ਼ ਮੰਨਣ ਲੱਗ ਪਵੇ, ਕੋਈ ਭੁੱਖਾ ਨਹੀਂ ਰਹਿ ਸਕਦਾ ਜੀ। ਵੈਰ ਵਿਰੋਧ ਵੀ ਮੁੱਕ ਜਾਣਾ ਜੀ। ਜਦੋਂ ਸੇਵਾ ਇਹੋ ਜਿਹੀ ਹੋ ਗਈ ਤੇ ਵੈਰ ਵਿਰੋਧ ਕਿੱਥੋਂ ਰਹੇਗਾ ਜੀ। ਹਾਂ, ਅਰਪਹਿ ਫਲ ਬਰ ਫੂਲ ਅਪਾਰੀ। ਮਹਾਰਾਜ ਕਹਿਣ ਲੱਗੇ ਹੋਰ ਨਹੀਂ, ਫਲ ਛਕਾ ਦਿਆ ਕਰੋ। ਹਾਂਜੀ, ਕਦੀ ਮਨ 'ਚ ਫੁਰਨਾ ਆਇਆ ਵੀ ਗੁਰਸਿੱਖਾਂ ਨੂੰ ਸੇਬ ਛਕਾਈਏ, ਗੁਰਸਿੱਖਾਂ ਨੂੰ ਸੰਤਰੇ ਛਕਾ ਦਈਏ? ਫਲ ਹੀ ਹੈ ਨਾ ਸਾਰੇ। ਮਹਾਰਾਜ ਕਹਿੰਦੇ ਫਲ ਛਕਾਇਆ ਕਰੋ। ਹਾਂਜੀ, ਬਸਤਰ ਪਖਾਰਹਿ ਸੰਤ ਅਗਾਰੀ। ਤੇ ਹੋਰ ਕੁਝ ਨਹੀਂ ਕਰ ਸਕਦੇ। ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿਸੇ ਸਿੱਖ ਦੇ ਮੈਲੇ ਕੱਪੜੇ ਵੇਖੋ, ਉਹਦੀ ਇੰਨੀ ਸੇਵਾ ਕਰ, ਉਹਨੂੰ ਕਹੋ ਲਿਆ ਵੀਰਾ ਮੈਂ ਤੇਰੇ ਕੱਪੜੇ ਧੋ ਦੇਣੀ ਹੈ। ਗੱਜ ਕੇ ਆਖੋ ਵਾਹਿਗੁਰੂ।
ਭਾਵ ਸੌਖੇ ਤੋਂ ਸੌਖਾ ਕੰਮ ਜਿਹੜਾ ਤੁਸੀਂ ਕਰ ਸਕਦੇ, ਭਾਵੇਂ ਕੱਪੜੇ ਧੋਣ ਦੀ ਹੋਵੇ, ਹੱਥ ਧਵਾਉਣ ਦੀ ਹੋਵੇ, ਚਰਨ ਧਵਾਉਣ ਦੀ ਹੋਵੇ, ਜਲ ਛਕਾਉਣ ਦੀ ਹੋਵੇ, ਮਿੱਠੇ ਬੋਲ ਬੋਲਣ ਦੀ ਹੋਵੇ, ਚਰਨ ਘੁੱਟਣ ਦੀ ਹੋਵੇ, ਕੱਪੜੇ ਧੋਣ ਦੀ ਹੋਵੇ, ਜਿਹੜੀ ਸੇਵਾ ਹੁੰਦੀ ਮਹਾਰਾਜ ਕਹਿੰਦੇ ਕਰਿਆ ਕਰੋ, ਸੇਵਾ ਚੋਂ ਹੀ ਤਰੱਕੀ ਮਿਲਣੀ ਹੈ। ਸੇਵਾ ਹੀ ਮੁੱਢ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਫਿਰ ਬੇਨਤੀ ਕਰਨ ਲੱਗਾ, ਤੁਹਾਡਾ ਨਿਤਨੇਮ ਛੁੱਟ ਗਿਆ ਨਾ, 1 ਮਹੀਨਾ ਸੇਵਾ ਕਰਨ ਲੱਗ ਪਾਓ ਤੇ ਪੱਕੀ ਗੱਲ ਗੁਰੂ ਤੇ ਭਰੋਸਾ ਰੱਖ ਕੇ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਤੁਹਾਡਾ ਨਿਤਨੇਮ ਵੀ ਸ਼ੁਰੂ ਹੋ ਜਾਊ ਤੇ ਸੁਰਤ ਵੀ ਜੁੜਨ ਲੱਗ ਪਏ ਜੀ। ਹਾਂਜੀ। ਮੰਦਰ ਚਿਨਹਿ ਚਿਨਾਵਹਿ ਚਾਰੂ। ਮਹਾਰਾਜ ਕਹਿੰਦੇ ਜੇ ਬਹੁਤੀ ਮਾਇਆ ਗੁਰਸਿੱਖਾਂ ਨੂੰ ਘਰ ਬਣਾ ਕੇ ਦਿਓ, ਉਹਨਾਂ ਨੂੰ ਘਰ ਵਧੀਆ ਬਣਾ ਦਿਓ। ਜਹ ਬਿਸਰਾਮਹਿ ਸੰਤ ਉਦਾਰੂ। ਜਿੱਥੇ ਰੱਬ ਦੇ ਪਿਆਰੇ ਸੰਤ ਰਹਿੰਦੇ ਹੋਣ, ਵਿਸ਼ਰਾਮ ਕਰਦੇ ਹੋਣ, ਉਹਨਾਂ ਨੂੰ ਘਰ ਬਣਾ ਦਿਓ। ਇੱਕ ਗੱਲ ਚੇਤਾ ਰੱਖਿਓ, ਗੁਰਸਿੱਖਾਂ ਦੀ ਸੇਵਾ ਵਿੱਚ ਖਰਚਾ 1 ਰੁਪਈਆ ਵੀ ਹੈ ਨਾ ਜਿਹੜਾ, ਤੁਹਾਨੂੰ ਬੜਾ ਸੁਖਦਾਈ ਬਣਾਏਗਾ ਜੀ, ਤੁਹਾਨੂੰ ਸੁੱਖ ਦੇਗਾ ਜੀ। ਮਾੜੇ ਪਾਸੇ ਖਰਚਾ 1 ਰੁਪਈਆ ਵੀ ਦੁੱਖ ਦਿੰਦਾ ਹੈ ਜੀ। ਹਾਂਜੀ। ਸ਼ਰਧਾ ਪ੍ਰੇਮ ਸਹਿਤ ਕਰ ਸੇਵਾ। ਪਰ ਕਰਿਓ ਸ਼ਰਧਾ ਦੇ ਨਾਲ। ਇਹ ਨਹੀਂ ਵੀ ਮੈਂ ਵੇਖਿਆ ਜੀ ਇੱਕ ਸਿੰਘ ਨੇ ਸੰਗਤ ਦੇ ਪ੍ਰਸ਼ਾਦੇ ਦੀ ਸੇਵਾ ਕੀਤੀ ਜੀ, ਉਹ ਜਿਹੜੇ ਕੋ ਜਾਵੇ ਉਹ ਇਹੋ ਹੀ ਆਖੇ ਵੀ ਕਿਹੋ ਜਿਹਾ ਬਣਿਆ, ਸਵਾਦ ਬਣਿਆ ਸੀ ਨਾ। ਤੇ ਮੈਂ ਸਮਝ ਗਿਆ ਵੀ ਤਾਰੀਫ ਭਾਲਦਾ ਹੈ, ਹਉਮੈ ਹੈ ਲੋਕ ਮੇਰੀ ਤਾਰੀਫ ਕਰਨ, ਮੈਂ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ। ਸ਼ਰਧਾ ਪ੍ਰੇਮ ਸਹਿਤ ਕਰ ਸੇਵਾ, ਸ਼ਰਧਾ ਦੇ ਨਾਲ ਕਰਨੀ, ਪ੍ਰੇਮ ਨਾਲ ਕਰਨੀ ਹੈ। ਨਹਿ ਵਿਆਪੈ ਮਨ ਕੋ ਅਹਮੇਵਾ। ਮਤਲਬ ਇਸ ਤਰੀਕੇ ਨਾਲ ਸੇਵਾ ਕਰਨੀ ਹੈ ਕਿ ਮਨ ਨੂੰ ਮੈਲ ਨਾ ਲੱਗੇ, ਹੰਕਾਰ ਨਾ ਆਵੇ। ਗੱਜ ਕੇ ਆਖੋ ਵਾਹਿਗੁਰੂ। ਉਹ 1 ਘੰਟਾ ਕੋਈ ਭਾਂਡਿਆਂ ਦੀ ਸੇਵਾ ਕਰੇ ਨਾ, ਚਾਹੀਦਾ ਉਹਦੇ ਚਿਹਰੇ ਦਾ ਰੰਗ ਬਦਲ ਜਾਣਾ ਜੀ। ਰੰਗ ਦਾ ਭਾਵ ਇਹ ਨਹੀਂ ਵੀ ਇੱਕਦਮ ਚਿੱਟਾ ਹੋ ਜੇ, ਨਹੀਂ, ਰੰਗ ਦਾ ਭਾਵ ਇਹ ਹੈ ਉਹਦੇ ਚਿਹਰੇ ਤੇ ਸੇਵਾ ਵਿਖੇ ਵੀ ਉਹਨੇ ਸੇਵਾ ਕੀਤੀ, ਉਹਦੇ ਮਨ ਜੁੜਿਆ ਹੋਵੇ ਜੀ। ਪਰ ਵੇਖਿਆ ਉਹ ਜਿਹੜੇ ਸਗੋਂ 1 ਘੰਟਾ ਸੇਵਾ ਕਰਦੇ ਉਹ ਹੋਰ ਚੌੜੇ ਹੋ ਕੇ ਆਉਂਦੇ ਵੀ 1 ਘੰਟਾ ਲਾ ਕੇ ਆਏ ਆ। ਮਹਾਰਾਜ ਕਹਿੰਦੇ ਨਹੀਂ, ਸੇਵਾ ਇਸ ਤਰ੍ਹਾਂ ਕਰਨੀ ਹਉਮੈ ਨਾ ਲੱਗੇ, ਰੋਗ ਨਾ ਲੱਗੇ। ਹਾਂਜੀ। ਇਸ ਪਰ ਇੱਕ ਇਤਿਹਾਸ ਬਖਾਨਾ। ਇਹਦੇ ਤੇ ਮਹਾਰਾਜ ਕਹਿੰਦੇ ਤੁਹਾਨੂੰ ਇਤਿਹਾਸ ਦੱਸਦੇ ਆ ਇੱਕ। ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ। ਸੁਣੋ ਕਹਿਣ ਲੱਗੇ। ਹਾਂਜੀ। ਇੱਕ ਨਰ ਨੇ ਖਗ ਸੇਵਾ ਠਾਨਾ। ਇੱਕ ਬੰਦੇ ਨੇ ਪੰਛੀਆਂ ਦੀ ਸੇਵਾ ਕਰਨ ਦਾ ਫੁਰਨਾ ਬਣਾਇਆ ਵੀ ਮੈਂ ਪੰਛੀਆਂ ਦੀ ਸੇਵਾ ਕਰਿਆ ਕਰਨੀ ਹੈ। ਹਾਂਜੀ। ਪਾਣੀ ਚੋਗ ਦੇਹ ਧਰ ਉੱਚੇ। ਮਹਾਰਾਜ ਕਹਿਣ ਲੱਗੇ ਉਹਨੇ ਕੀ ਕਰਨਾ ਜੀ, ਪਾਣੀ ਰੱਖ ਦੇਣਾ ਬਨੇਰੇ ਤੇ, ਚੋਗਾ ਰੱਖ ਦੇਣਾ ਪੰਛੀਆਂ ਵਾਸਤੇ। ਸਭ ਪੰਛੀ ਤੇ ਸਦਨ ਪਹੁੰਚੇ। ਉਹ ਹੌਲੀ ਹੌਲੀ ਰੌਲਾ ਪੈ ਗਿਆ ਪੰਛੀਆਂ ਦੀ ਦੁਨੀਆ 'ਚ। ਫਲਾਣਾ ਬੰਦਾ ਪਾਣੀ ਰੱਖਦਾ, ਚੋਗਾ ਰੱਖਦਾ, ਪੰਛੀ ਮਹਾਰਾਜ ਕਹਿੰਦੇ ਉਹਦੇ ਘਰ ਪਹੁੰਚਣ ਲੱਗ ਪਏ। ਹਾਂਜੀ। ਖਗ ਪ੍ਰਸੰਨ ਬਹੁਤ ਇਸ ਪਰ ਹੋਏ। ਖਗ ਬੜੇ ਖੁਸ਼ ਹੋਏ। ਖਗ ਹੁੰਦੇ ਪੰਛੀ। ਇਹ ਕੋਈ ਆਮ ਬੰਦਾ ਨਹੀਂ ਸੁਣਾ ਰਿਹਾ, ਗੁਰੂ ਰਾਮਦਾਸ ਸਾਹਿਬ ਸੁਣਾ ਰਹੇ ਜੀ। ਪੰਛੀ ਬੜੇ ਉਸ ਬੰਦੇ ਤੇ ਖੁਸ਼ ਹੋਏ ਜੀ। ਹਾਂਜੀ। ਆਨੇ ਹੰਸ ਸਦਨ ਤੇ ਦੋਏ। ਤੇ ਪੰਛੀਆਂ ਨੇ ਨਾ ਗੱਲ ਬੜੀ ਦੂਰ ਤੱਕ ਫੈਲਾਈ ਤੇ ਗੱਲ ਹੰਸਾਂ ਤੱਕ ਪਹੁੰਚੀ ਜੀ। ਗੱਜ ਕੇ ਆਖੋ ਹੰਸਾਂ ਤੱਕ ਪਹੁੰਚੀ ਤੇ 2 ਹੰਸ ਸੋਚਣ ਲੱਗੇ ਕਲਯੁਗ ਦੇ ਸਮੇਂ ਵਿੱਚ ਇਹੋ ਜਿਹਾ ਕਿਹੜਾ ਬੰਦਾ ਜਿਹੜਾ ਬਾਕੀ ਪੰਛੀਆਂ ਤੇ ਦਇਆ ਕਰਨ ਦਿਆ। ਵੇਖ ਕੇ ਆਉਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ। ਮਹਾਰਾਜ ਕਹਿੰਦੇ ਆਮਨੇ ਹੰਸ ਸਦਨ ਤੇ ਦੋਏ। ਉਹ 2 ਹੰਸ ਜਿਹੜੇ ਸੀ ਨਾ ਉਹਦੇ ਘਰ ਆਏ ਜੀ ਉਹਨੂੰ ਵੇਖਣ ਵਾਸਤੇ। ਹਾਂਜੀ। ਖਾਏ ਨਾ ਚੋਗ ਨਾ ਪੀਵੇਂ ਪਾਣੀ। ਹੁਣ ਉਹ ਹੰਸ ਆ ਕੇ ਵੇਖਣ, ਪੰਛੀ ਚੋਗਾ ਚੁਗ ਰਹੇ, ਪਾਣੀ ਪੀ ਰਹੇ ਆ, ਪਰ ਹੰਸ ਨਾ ਇਹ ਪਾਣੀ ਪੀਂਦੇ ਆ, ਉਹ ਨਾ ਚੋਗਾ ਚੁਗਦੇ ਆ ਜੀ।
ਹੰਸ ਹੀਰਾ ਮੋਤੀ ਛਕਦੇ ਆ, ਉਹਨਾਂ ਦੀ ਖੁਰਾਕ ਮੋਤੀ ਹੈ ਜੀ। ਹਾਂਜੀ। ਤਿੰਨ ਭਿਖ ਕੈ ਚਿਤ ਚਿੰਤਾ ਠਾਨੀ। ਮਹਾਰਾਜ ਕਹਿਣ ਲੱਗੇ ਘਰ ਵਾਲੇ ਪੁਰਸ਼ ਨੇ ਵੇਖਿਆ ਵੀ ਅੱਜ ਹੰਸ ਆਏ ਹੈ, ਪਰ ਹੰਸ ਚੋਗਾ ਨਹੀਂ ਚੁਗ ਰਹੇ। ਤੇ ਹੁਣ ਉਹ ਸਿਆਣਾ ਸੀਗਾ ਜੀ, ਸਾਡੇ ਵਰਗਾ ਹੁੰਦਾ ਕਹਿੰਦਾ ਨਹੀਂ ਤੇ ਨਾ ਸਹੀ, ਮੈਂ ਤੇ ਆਪਣਾ ਕੰਮ ਕਰ ਹੀ ਦਿੱਤਾ ਨਾ। ਉਸ ਪੁਰਸ਼ ਨੂੰ ਮਹਾਰਾਜ ਕਹਿੰਦੇ ਚਿੰਤਾ ਲੱਗ ਗਈ ਵੀ ਇਹ ਛਕ ਕਿਉਂ ਨਹੀਂ ਰਹੇ। ਕਿਨਹੂ ਆਨ ਤਿਸੈ ਸਮਝਾਇਸ। ਉਹਨੇ ਗੱਲ ਕੀਤੀ ਵੀ ਦੋ ਹੰਸ ਬੈਠੇ ਛਕਦੇ ਨਹੀਂ ਕੁਝ, ਤੇ ਲਾਗੋਂ ਇੱਕ ਬੰਦੇ ਨੇ ਉਸ ਪੁਰਸ਼ ਨੂੰ ਦੱਸਿਆ ਜੀ, ਮੁਕਤਾ ਦੂਧ ਖਾਏ ਤ੍ਰਿਪਤਾਇਸ। ਕਹਿਣ ਲੱਗੇ ਵੀ ਇਹ ਹੰਸਾਂ ਨੇ ਨਹੀਂ ਪਾਣੀ ਪੀਣਾ, ਚੋਗਾ ਨਹੀਂ ਚੁਗਣਾ, ਹੰਸ ਦੁੱਧ ਪੀਣਗੇ ਤੇ ਮੋਤੀ ਛਕਣਗੇ। ਹੰਸੇ ਕੁਝ ਛਕਦੇ ਸਾਧ ਸੰਗਤ ਦੀ, ਆਮ ਪੰਛੀਆਂ ਦੀ ਤੇ ਹੰਸਾਂ ਦੀ ਖੁਰਾਕ ਵਿੱਚ ਫਰਕ ਹੁੰਦਾ ਹੈ। ਸੁਨ ਅਨਬਿਦ ਮੁਕਤਾ ਸੋ ਲਿਆਏਵ। ਉਹਨੇ ਸੁਣਿਆ, ਉਹ ਦੁੱਧ ਲੈ ਆਇਆ, ਉਹ ਮੋਤੀ ਲੈ ਆਇਆ ਜੀ। ਹਾਂਜੀ। ਰੁਚ ਕਰ ਹੰਸਨ ਸੋ ਤਿਹ ਖਾਏਵ। ਤੇ ਦੁੱਧ ਦਾ ਭਰ ਕੇ ਭਾਂਡਾ ਤੇ ਕੁਝ ਰੱਖੇ ਮੋਤੀ ਤੇ ਲਾਗੇ ਰੱਖਤੇ, ਤੇ ਹੰਸ ਬੜੇ ਪ੍ਰਸੰਨ ਹੋਏ। ਉਹ ਹੰਸਾਂ ਨੇ ਬੜੀ ਖੁਸ਼ੀ ਦੇ ਨਾਲ ਉਹ ਛਕਿਆ ਜੀ, ਦੁੱਧ ਤੇ ਮੋਤੀ। ਹਾਂਜੀ। ਪੀਓ ਦੁਗਧ ਨੀਰ ਕੋ ਤਿਆਗਾ। ਭੇ ਪ੍ਰਸੰਨ ਤਿਹ ਪਿਖ ਅਨੁਰਾਗਾ। ਤੇ ਸਾਧ ਸੰਗਤ ਜੀ ਫਿਰ ਕੀ ਹੋਇਆ ਜੀ, ਹੰਸਾਂ ਨੇ ਉਹਦਾ ਪਿਆਰ ਵੇਖਿਆ ਜੀ ਉਸ ਬੰਦੇ ਦਾ। ਇਹ ਸਾਡੇ ਭਾਈਚਾਰੇ ਦੀ ਇੰਨੀ ਸੇਵਾ ਕਰ ਰਿਹਾ, ਤੇ ਉਹ ਬੜੇ ਖੁਸ਼ ਹੋਏ ਜੀ। ਗੱਜ ਕੇ ਆਖੋ ਚੰਗਾ ਬੰਦਾ ਅਸੀਸ ਲੈ ਹੀ ਲੈਂਦਾ ਜੀ। ਹਾਂਜੀ। ਜਿਹੜਾ ਬੰਦਾ ਚੰਗਾ ਹੁੰਦਾ ਨਾ ਜੀ, ਉਹਨੂੰ ਆਸ਼ੀਰਵਾਦ ਜ਼ਰੂਰ ਮਿਲਦਾ ਜੀ। ਹੰਸ ਖੁਸ਼ ਹੋ ਗਏ ਉਹਦੇ ਤੇ ਜੀ। ਹਾਂਜੀ। ਦੋਏ ਲਾਲ ਉਗਲੇ ਧਰ ਦੀਨੇ। ਉਹਨਾਂ ਨੇ ਫਿਰ ਸੋਚਿਆ ਵੀ ਇਹਦੀ ਹੈ ਤੇ ਗਰੀਬ ਹੀ ਹੈ, ਇਹਦੀ ਗਰੀਬੀ ਦੂਰ ਕਰ ਦੇਣੀ ਹੈ। ਉਹਨਾਂ ਮਾਰੀ ਉਗਾਲੀ ਤੇ ਦੋਵਾਂ ਨੇ ਦੋ ਲਾਲ ਕੱਢ ਕੇ ਰੱਖ ਦਿੱਤੇ ਜੀ। ਹੋ ਸਕਦਾ ਲਾਲ ਤੁਸੀਂ ਆਪਣੀ ਜ਼ਿੰਦਗੀ 'ਚ ਵੇਖੇ ਹੀ ਨਾ ਹੋਣ ਜੀ ਅਜੇ ਤੱਕ, ਵੀ ਲਾਲ ਕੀ ਹੁੰਦੇ ਜੀ। ਬੜੇ ਕੀਮਤੀ ਪੱਥਰ ਹੁੰਦੇ, ਬੜਾ ਮੁੱਲ ਹੁੰਦਾ ਜੀ ਇਹਨਾਂ ਦਾ ਜੀ। ਉਹਨਾਂ ਮਾਰੀ ਉਗਾਲੀ ਤੇ ਦੋ ਲਾਲ ਕੱਢ ਕੇ ਰੱਖਤੇ ਜੀ। ਹੰਸ ਗਏ ਉੱਡ ਸੋ ਤਿਨ ਲੀਨੇ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੰਗਤ ਨੂੰ ਸੁਣਾ ਰਹੇ, ਮਹਾਰਾਜ ਕਹਿੰਦੇ ਹੰਸ ਉਡਾਰੀ ਮਾਰ ਗਏ ਜੀ। ਲਾਲ ਕੱਢ ਕੇ ਨਾ ਆਪ ਉਡਾਰੀ ਮਾਰ ਗਏ। ਵੇਚ ਤਿਨਹੋਂ ਕਉ ਧਨ ਬਹੁ ਆਨਿਓ। ਉਹਨੇ ਫਿਰ ਉਹ ਲਾਲ ਵੇਚੇ ਜੀ, ਤੇ ਲਾਲ ਵੇਚ ਕੇ ਉਹਨੂੰ ਬੜਾ ਧਨ ਮਿਲਿਆ ਜੀ, ਬੜੀ ਮਾਇਆ ਮਿਲ ਗਈ ਜੀ। ਲਾਲ ਤੇ ਹੁੰਦੇ ਬੜੇ ਕੀਮਤੀ ਹੈ। ਉਹ ਤੁਸੀਂ ਸੁਣੀ ਨਾ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ, ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਲਾਲ ਦਿੱਤਾ ਵੀ ਜਾ ਲਾਲ ਸਾਲਸਰਾਏ ਨੂੰ ਦੇ ਕੇ ਆ। ਤੇ ਸਾਲਸਰਾਏ ਕਹਿੰਦਾ ਵੀ 100 ਰੁਪਈਆ ਵੇਖਣ ਦੀ ਕੀਮਤ ਹੈਗੀ ਆ ਬਸ ਜੀ। ਜਿਹਨੂੰ ਵੇਖਣ ਦੀ 100 ਰੁਪਈਆ ਕੀਮਤ ਉਸ ਜ਼ਮਾਨੇ ਵਿੱਚ ਹੈ, ਇਹਦਾ ਮਤਲਬ ਉਹ ਕਿੰਨਾ ਕੀਮਤੀ ਹੋਏਗਾ ਜੀ। ਮਹਾਰਾਜ ਕਹਿੰਦੇ ਉਹਨੇ ਲਾਲ ਵੇਚ ਦਿੱਤੇ, ਉਹਨੂੰ ਬੜਾ ਪੈਸਾ ਮਿਲਿਆ। ਸੁੰਦਰ ਸਦਨ ਬਣਾਵਨ ਠਾਨਿਓ। ਤੇ ਜਦੋਂ ਮਾਇਆ ਆਵੇ ਘਰ ਤੇ ਬਣ ਹੀ ਜਾਂਦਾ ਨਾ ਜੀ। ਗੱਜ ਕੇ ਆਖੋ ਉਹਦਾ ਘਰ ਸੋਹਣਾ ਬਣ ਗਿਆ ਜੀ। ਹਾਂਜੀ। ਕਰੇ ਬਿਹੰਗਨ ਸੇਵ ਬਿਸਾਲਾ। ਤੇ ਉਹਨੇ ਆਲਸ ਨਹੀਂ ਕੀਤਾ ਵੀ ਹੁਣ ਘਰ ਸੋਹਣਾ ਬਣ ਗਿਆ, ਸੇਵਾ ਦਾ ਫਲ ਮਿਲ ਗਿਆ ਤੇ ਬੜਾ। ਉਹਨੇ ਹੋਰ ਪੰਛੀਆਂ ਦੀ ਸੇਵਾ ਕੀਤੀ ਜੀ। ਹਾਂਜੀ। ਬ੍ਰਿੰਦ ਹੰਸ ਆਏ ਇੱਕ ਕਾਲਾ। ਹਾਂਜੀ। ਦੇਖੈਂ ਚੱਲ ਜੋ ਭਗਤ ਹਮਾਰੋ। ਉਹਨੇ ਹੋਰ ਸੇਵਾ ਕੀਤੀ, ਹੋਰ ਵੱਡਾ ਚੋਗਾ ਪਾਇਆ, ਹੋਰ ਵੱਡਾ ਪਾਣੀ ਦਾ ਪ੍ਰਬੰਧ ਕਰਤਾ। ਤੇ ਉਹ ਦੋਵੇਂ ਹੰਸ ਮਹਾਰਾਜ ਕਹਿੰਦੇ ਸੋਚਦੇ, ਉਹ ਜਿਹੜਾ ਪੰਛੀਆਂ ਦਾ ਭਗਤ ਹੈ ਵੇਖ ਹੀ ਆਈਏ ਜਾ ਕੇ ਕੀ ਬਣਿਆ ਉਹਦਾ। ਹਾਂਜੀ। ਇਮ ਚਾਹ ਤਿਹ ਘਰ ਜਾ ਆਏ ਹਜ਼ਾਰੋ। ਤੇ ਲਓ ਜੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਦੋ ਨੇ ਹੋਰ ਨਾ ਹੰਸਾਂ ਨੂੰ ਪ੍ਰੇਰਿਆ, ਹਜ਼ਾਰਾਂ ਹੰਸ ਉਡਾਰੀਆਂ ਮਾਰਦੇ ਉਹਦੇ ਘਰ ਵਿੱਚ ਆ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਜ਼ਾਰਾਂ ਹੰਸ ਉਡਾਰੀਆਂ ਮਾਰਦੇ ਉਹਦੇ ਘਰ ਵਿੱਚ ਆ ਗਏ। ਕਾਹਦਾ ਪ੍ਰਤਾਪ ਜੀ? ਉਹ ਜਿਹੜੀ ਪੰਛੀਆਂ ਦੀ ਸੇਵਾ ਕਰਦਾ ਜੀ।
ਹਾਂਜੀ ਅਨ ਬਿਦ ਮੁਕਤਾ ਧਰੇ ਅਗਾਰੀ ਹਾਂਜੀ। ਦੀਨਸ ਦੁਗਧ ਸੇਵ ਹਿਤਕਾਰੀ। ਉਹਦੇ ਕੋ ਮਾਇਆ ਆ ਗਈ ਸੀਗੀ ਜੀ, ਉਹਨੇ ਖੂਬ ਮੋਤੀ ਦੁੱਧ ਪਾਣੀ ਰਲਾ ਕੇ ਸਾਧ ਸੰਗਤ ਜੀ ਦਿੱਤਾ। ਪਹਿਲਾਂ ਵੀ ਇੰਜ ਕੀਤਾ, ਹੰਸ ਚੁੰਝ ਮਾਰੇ ਦੁੱਧ ਛਕਦਾ ਪਾਣੀ ਛੱਡ ਲੈਂਦਾ, ਉਹਦੀ ਖੁਰਾਕ ਹੈ ਜੀ। ਉਹਨੇ ਖੂਬ ਮੋਤੀ ਦੁੱਧ ਛਕਾਇਆ ਸਾਰਿਆਂ ਨੂੰ। ਹਾਂਜੀ ਤਿਹ ਪਰ ਸਭ ਪ੍ਰਸੰਨ ਤਬ ਹੋਏ। ਹਜ਼ਾਰਾਂ ਹੰਸ ਆਏ ਨਾ ਜੀ, ਮਹਾਰਾਜ ਕਹਿੰਦੇ ਹਜ਼ਾਰਾਂ ਦੇ ਹਜ਼ਾਰਾਂ ਹੰਸ ਉਹਦੀ ਸੇਵਾ ਵੇਖ ਕੇ ਖੁਸ਼ ਹੋ ਗਏ ਜੀ। ਤੇ ਹਜ਼ਾਰਾਂ ਹੰਸਾਂ ਨੇ ਫਿਰ ਕੀ ਕੀਤਾ ਜੀ? ਰਤਨ ਅਨੇਕ ਦੀਨ ਤਿਹ ਜੋਏ। ਹਜ਼ਾਰਾਂ ਨੇ ਮਾਰੀ ਉਗਾਲੀ, ਕਿਸੇ ਨੇ ਰਤਨ ਕੱਢਤਾ, ਕਿਸੇ ਨੇ ਲਾਲ ਕੱਢ ਦਿੱਤਾ ਜੀ। ਉਹ ਤੇ ਦੋ ਲਾਲਾਂ ਨਾਲ ਅਮੀਰ ਹੋ ਗਿਆ ਸੀ, ਹੁਣ ਤੇ ਪਤਾ ਹੀ ਨਹੀਂ ਵੀ ਕਿੰਨੇ ਰਤਨ ਤੇ ਲਾਲ ਆ ਗਏ ਜੀ। ਹਾਂਜੀ ਭੂਪ ਸਮਾਨ ਭਇਓ ਖਗ ਸੇਵੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਉਹਨਾਂ ਰਤਨਾ ਲਾਲਾਂ ਨੂੰ ਵੇਚ ਕੇ ਜਿੰਨੀ ਮਾਇਆ ਇੱਕ ਰਾਜੇ ਕੋ ਹੁੰਦੀ ਹੈ ਨਾ, ਓਨੀ ਮਾਇਆ ਉਹਦੇ ਕੋਲ ਆ ਗਈ। ਕਹਿਣ ਲੱਗੇ ਰਾਜੇ ਵਰਗਾ ਹੋ ਗਿਆ ਜੀ ਉਹ ਜੀ, ਬੜੇ ਨੌਕਰ ਰੱਖ ਲਏ ਉਹਨੇ ਜੀ। ਹਾਂਜੀ ਸੰਤਨ ਸੇਵ ਮਹਾ ਫਲ ਲੇਵੈ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਪਿਆਰਿਓ ਇੱਕ ਗਰੀਬ ਬੰਦਾ ਪੰਛੀਆਂ ਦੀ ਸੇਵਾ ਕਰਕੇ ਬੜਾ ਮਹਾਨ ਬਣ ਗਿਆ, ਜਿਹੜਾ ਗੁਰਸਿੱਖਾਂ ਦੀ ਸੇਵਾ ਕਰੇਗਾ ਉਹ ਕਿਉਂ ਨਹੀਂ ਮਹਾਨ ਬਣੇਗਾ? ਉਹਦੇ ਤੇ ਕਿਉਂ ਨਹੀਂ ਕਿਰਪਾ ਹੋਏਗੀ? ਉਹਦੇ ਤੇ ਕਿਉਂ ਨਹੀਂ ਬਖਸ਼ਿਸ਼ ਹੋਏਗੀ? ਸੰਗਤ ਜੀ ਕਰਦੇ ਹੀ ਨਹੀਂ ਆਪਾਂ। ਹਾਂਜੀ ਨਿਧ ਸਿੱਧ ਕੇ ਦਾਤਾ ਨਿਤ ਸੰਤ। ਉਹ ਰਿੱਧੀਆਂ ਨਿਧੀਆਂ ਸਿੱਧੀਆਂ ਦੇ ਦਾਤੇ ਨੇ ਸੰਤ ਗੁਰਮੁਖ ਰੱਬ ਦੇ ਪਿਆਰੇ। ਮੁਕਤ ਪਦਾਰਥ ਦੇਵਤ ਅੰਤ। ਮਹਾਰਾਜ ਕਹਿਣ ਲੱਗੇ, ਹੰਸ ਤੇ ਮਾਰ ਕੇ ਉਗਾਲੀ ਲਾਲ ਦੇ ਜਾਂਦੇ ਨਾ, ਸੰਤ ਜਿਹੜੇ ਤੇ ਖੁਸ਼ ਹੋ ਜਾਣ ਉਹਨੂੰ ਮੁਕਤੀ ਕਰ ਦਿੰਦੇ ਆ। ਰੱਬ ਅੱਗੇ ਅਰਦਾਸ ਕਰ ਦਿੰਦੇ, ਰੱਬਾ ਇਹਨੇ ਸਾਡੀ ਸੇਵਾ ਕੀਤੀ, ਇਹਨੂੰ ਮੁਕਤ ਕਰ ਦੇ, ਮੁਕਤ ਕਰ ਦੇ। ਹਾਂਜੀ ਸੰਤ ਸਮਾਨ ਸਿੱਖ ਜੋ ਮੇਰੇ, ਇਨ ਸੇਵੇ ਫਲ ਪਾਏ ਕਨੇਰੇ। ਇਸ ਕਰਕੇ ਮਹਾਰਾਜ ਕਹਿੰਦੇ, ਗੁਰਸਿੱਖੋ ਸਾਡੇ ਸਿੱਖ ਸੰਤਾਂ ਵਰਗੇ ਹੀ ਹੈ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਜਿਹੜਾ ਇਹਨਾਂ ਦੀ ਸੇਵਾ ਕਰੇਗਾ, ਅਲੱਭ ਵਸਤ ਐਸੀ ਨਹਿ ਕੋਈ। ਹਾਂਜੀ ਮਾਨਸਿਕ ਸੇਵੇ ਪਾਏ ਨਾ ਜੋਈ। ਉਹਨੂੰ ਬੜੇ ਫਲ ਮਿਲਣਗੇ। ਜਿਹੜਾ ਗੁਰਸਿੱਖਾਂ ਦੀ ਸੇਵਾ ਕਰੇਗਾ ਉਹਨੂੰ ਫਲ ਮਿਲਣਗੇ। ਇਹੋ ਜਿਹੀ ਕੋਈ ਵਸਤੂ ਨਹੀਂ ਹੈਗੀ ਜਿਹੜੀ ਗੁਰਸਿੱਖਾਂ ਦੀ ਸੇਵਾ ਕਰਕੇ ਉਹਨੂੰ ਨਹੀਂ ਮਿਲੇਗੀ, ਉਹਨੂੰ ਨਹੀਂ ਮਿਲੇਗੀ। ਹਾਂਜੀ ਏਮ ਸ਼੍ਰੀ ਸਤਿਗੁਰ ਸੇਵ ਮਹਾਤਮ। ਇਸ ਤਰੀਕੇ ਨਾਲ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਦਾ ਮਹਾਤਮ ਦੱਸਿਆ। ਸੇਵਾ ਕਰਨੀ ਚਾਹੀਦੀ ਹੈ। ਹਾਂਜੀ ਕਹਿਓ ਸੁਨਤ ਸਿੱਖ ਲੈ ਸੁਖ ਆਤਮ। ਗੁਰਸਿੱਖਾਂ ਨੇ ਸੇਵਾ ਦਾ ਮਹਾਤਮ ਸੁਣਿਆ, ਉਹਨਾਂ ਨੂੰ ਸੁਣ ਕੇ ਆਤਮਾ ਦਾ ਸੁੱਖ ਮਿਲਿਆ ਜੀ। ਹਾਂਜੀ ਪ੍ਰਣ ਕਰੋ, ਕਿਸੇ ਨਾ ਕਿਸੇ ਸਿੱਖ ਨੂੰ ਪ੍ਰਸ਼ਾਦਾ ਰੋਜ਼ ਛਕਾਇਆ ਕਰੋਗੇ ਜੀ। ਸੇਵਾ ਦਾ ਪ੍ਰਸੰਗ ਸੁਣਿਆ ਤੁਸੀਂ, ਕਿਸੇ ਨਾ ਕਿਸੇ ਨੂੰ ਪ੍ਰਸ਼ਾਦਾ ਛਕਾ ਦਿਆ ਕਰੋਗੇ। ਹਾਂਜੀ ਉਹ ਮੇਰੇ ਵਰਗੇ ਨੂੰ ਸੱਦੋਗੇ ਵੀ ਤੂੰ ਆ ਸਾਡੇ ਘਰ, ਤੇ ਮੇਰੇ ਕੋਲ ਤਾਂ ਅੱਗੇ ਟਾਈਮ ਨਹੀਂ ਹੁੰਦਾ ਜੀ। ਹਾਂਜੀ ਕਿਸੇ ਲੋੜਵੰਦ ਸਿੱਖ ਨੂੰ ਜੀ ਪ੍ਰਸ਼ਾਦਾ ਛਕਾਓ। ਹੋ ਸਕੇ ਇੱਛਾ ਕੋਈ ਨਾ ਰੱਖਿਓ, ਗੁਰੂ ਸਾਹਿਬ ਨੇ ਵੈਸੇ ਹੀ ਝੋਲੀਆਂ ਭਰ ਦੇਣੀਆਂ, ਵੈਸੇ ਹੀ ਝੋਲੀਆਂ ਭਰ ਦੇਣੀਆਂ। ਗਰੀਬੀ ਦਾਵੇ ਵਿੱਚ ਵੀ ਛਕਾਇਆ ਜਾਂਦਾ ਤਾਂ ਵੀ ਕੋਈ ਗੱਲ ਨਹੀਂ, ਨਹੀਂ ਤੇ ਲੰਗਰ 'ਚ ਹਿੱਸਾ ਪਾ ਦਿਓ। ਤੇ ਜੇ ਇਹ ਵੀ ਨਹੀਂ ਕੀਤਾ ਜਾਂਦਾ ਤੇ ਸੰਗਤ ਜੀ ਗੁਰੂ ਘਰ ਵਿੱਚ ਝਾੜੂ ਦੀ ਸੇਵਾ, ਭਾਂਡਿਆਂ ਦੀ ਸੇਵਾ, ਕਿੰਨੀ ਸੇਵਾ ਹੈਗੀ ਹੈ ਜੀ। ਕਰਕੇ ਤੇ ਦੇਖੋ। ਮੁੱਖ ਮਸਲਾ ਤਾਂ ਇੱਥੇ ਅੜਿਆ ਹੈ, ਸੁਣਦੇ ਹਾਂ ਕਰਦੇ ਨਹੀਂ ਹਾਂ। ਕਰਕੇ ਵੇਖੋ, ਬਹੁਤ ਕੁਝ ਮਿਲੇਗਾ, ਬਹੁਤ ਕੁਝ ਮਿਲੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸ ਤਰੀਕੇ ਨਾਲ ਸੇਵਾ ਦਾ ਮਹਾਤਮ ਸਤਿਗੁਰੂ ਜੀ ਨੇ ਦਰਸਾਇਆ ਜੀ। ਸੇਵਾ ਜੇ ਪੰਛੀਆਂ ਦੀ ਇੰਨੀ ਸੁਖਦਾਈ ਹੋ ਸਕਦੀ ਹੈ, ਪੰਛੀ ਉਗਾਲੀ ਮਾਰ ਕੇ ਰਤਨ ਕੱਢ ਕੇ ਹੰਸ ਜਦੋਂ ਸਿੱਖ ਕਿਸੇ ਤੇ ਖੁਸ਼ ਹੋ ਜਾਣ,
ਉਹਨੂੰ ਮੁਕਤੀ ਕਰ ਦਿੰਦੇ ਹੈ। ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਇੱਕ ਮਰਿਆਦਾ ਸਾਡੇ ਵਿੱਚ ਜੀ। 5 ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਬੇਨਤੀ ਕਰਾਉਣ ਦੀ ਮਰਜ਼ਾਦਾ ਹੈ ਸਾਡੀ ਇੱਕ ਜੀ। ਤੇ ਮੈਂ ਵੇਖਿਆ ਜੀ ਜਿਹੜਾ ਕੰਮ ਹੈ ਹੀ ਨਹੀਂ ਸਾਡਾ, ਉਹਨਾਂ ਦਿਨਾਂ 'ਚ 5 ਨੂੰ ਪ੍ਰਸ਼ਾਦਾ ਛਕਾਉਂਦੇ। ਸਰਾਧ ਦੇ ਦਿਨਾਂ 'ਚ 5 ਸਿੱਖ ਲੱਭਦੇ ਫਿਰਦੇ ਜੀ ਸਾਡੇ ਬੰਦੇ, ਸਰਾਧਾਂ 'ਚ ਛਕਾਉਣਾ ਨਹੀਂ। ਪਿਆਰਿਓ, ਜੀਵਨ ਵਾਲੇ ਕਿਤੇ ਵੀ 5 ਗੁਰੂ ਕੇ ਪਿਆਰੇ ਲਓ, ਕੋਈ ਕੰਮ ਅੜਿਆ ਹੋਵੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਉਹਨਾਂ ਦੀ ਸੇਵਾ ਕਰੋ, ਅਰਦਾਸ ਕਰਾਓ, ਤੁਹਾਡਾ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਨੇਪਰੇ ਚੜੇਗਾ। ਪਰ ਇਹ ਕੰਮ ਕਰਨਾ ਪੈਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੁਰਸਿੱਖਾਂ ਦੀ ਸੇਵਾ ਆਪਣੇ ਹੱਥੀਂ ਕਰਿਆ ਕਰੋ। ਅਖੰਡ ਪਾਠ ਸਾਹਿਬ ਘਰ ਵਿੱਚ ਹੁੰਦਾ ਤੇ ਕੰਮ ਕਰਨ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਲਾ ਦਿੰਦੇ ਆ ਵੀ ਤੁਸੀਂ ਸੇਵਾ ਕਰੋ, ਫਲ ਵੀ ਫਿਰ ਉਹਨਾਂ ਨੂੰ ਹੀ ਮਿਲਦਾ। ਪਰਿਵਾਰ ਆਪ ਸੇਵਾ ਕਰੇ, ਪਾਠੀ ਸਿੰਘਾਂ ਦੀ ਸੇਵਾ ਕਰੇ, ਸੰਗਤ ਦੀ ਸੇਵਾ ਕਰੇ। ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ, ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹ ਅੱਜ ਵੀ ਜਿਉਂਦੇ ਜਾਗਦੇ ਧਰਤੀ ਤੇ ਮੌਜੂਦ ਨੇ। ਪੁੱਛ ਲਓ, ਸੰਗਤ ਜਦੋਂ ਉਹਨਾਂ ਦੇ ਘਰ ਆਉਣੀ ਨਾ, ਉਹਨਾਂ ਨੇ ਆਪਣੇ ਗਲ 'ਚ ਜਿਹੜਾ ਪੱਲਾ ਪਾਇਆ ਹੁੰਦਾ ਸੀ, ਉਹ ਹਜੂਰੀਆ ਜਿਹੜਾ ਪਾਇਆ ਹੁੰਦਾ ਸੀ, ਹਜੂਰੀਏ ਦੇ ਨਾਲ ਕੱਲੇ ਕੱਲੇ ਪ੍ਰੇਮੀ ਦੇ ਜੋੜੇ ਝਾੜਨੇ ਉਹਨਾਂ ਨੇ ਜੀ। ਬ੍ਰਹਮ ਗਿਆਨੀ ਹੋਣ ਦੇ ਬਾਵਜੂਦ ਜੀ ਆਪਣੇ ਹਜੂਰੀਏ ਦੇ ਨਾਲ ਕੱਲੇ ਕੱਲੇ ਸਿੱਖ ਦੇ ਜੋੜੇ ਝਾੜਨੇ। ਕਿੰਨੀ ਵੱਡੀ ਨਿਮਰਤਾ ਜੀ। ਤੇ ਬੰਦਾ ਕੀ ਕਰਦਾ, ਉਹ ਥੱਲੋਂ ਜੋੜਾ ਚੁੱਕ ਕੇ, ਵਾਹਿਗੁਰੂ ਝੁੱਕ ਕੇ ਜੋੜਾ ਚੁੱਕ ਕੇ ਤਾਂ ਨਹੀਂ ਫੜਾ ਸਕਦਾ ਜੀ। ਤੇ ਬ੍ਰਹਮ ਗਿਆਨੀ ਜਿਹੜੇ ਰੱਬ ਦੇ ਪਿਆਰੇ ਕਿੰਨੀ ਨਿਮਰਤਾ ਵਾਲੇ ਹੁੰਦੇ ਜੀ ਉਹ ਜੀ। ਸੇਵਾ ਦਾ ਬੜਾ ਵੱਡਾ ਪ੍ਰਤਾਪ ਹੈ ਜੀ, ਬੜਾ ਵੱਡਾ ਪ੍ਰਤਾਪ ਹੈ ਜੀ। ਹਾਂਜੀ ਬਾਬੇ ਕੈਮਰੇ ਵਾਲੇ, ਸੇਵਾ ਕਰਿਆ ਕਰੋ। ਹਾਂ, ਸੇਵਾ ਕਰਨ ਵਾਲੇ ਬੰਦੇ ਨੂੰ ਭਗਤੀ ਮਿਲਦੀ ਜੀ। ਪਹਿਲੇ ਨੰਬਰ ਤੇ ਉਹਨੂੰ ਭਗਤੀ ਮਿਲਦੀ ਜੀ। ਜਿਹੜੇ ਬੰਦੇ ਕਹਿੰਦੇ ਨਾ ਸਾਡਾ ਧਿਆਨ ਨਹੀਂ ਜੁੜਦਾ, ਉਹ ਸੇਵਾ ਕਰ ਲਓ ਕੁਝ ਦਿਨ ਲਗਾਤਾਰ, ਤੁਹਾਡਾ ਆਪੇ ਧਿਆਨ ਜੁੜਨ ਲੱਗ ਪੈਣਾ, ਤੁਹਾਡਾ ਆਪੇ ਸੁਰਤ ਜੁੜਨ ਲੱਗ ਪੈਣੀ ਤੁਹਾਡੀ। ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਕਹੋ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਜੁੜ ਕੇ
ਵਾਹਿਗੁਰੂ 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 ਵਾਹਿਗੁਰੂ। ਬਸ ਜਿਹਨੂੰ ਇਹ ਕੁਝ ਮਿਲ ਗਿਆ ਜੀ, ਸੇਵਾ ਮਿਲ ਗਈ, ਸਿਮਰਨ ਮਿਲ ਗਿਆ, ਮਤਲਬ ਉਹ ਸਮਝੇ ਵੀ ਉਹਦਾ ਪਾਰ ਉਤਾਰਾ ਹੋ ਗਿਆ ਜੀ, ਪਰ ਕਰੇ ਨਿਮਰਤਾ ਦੇ ਨਾਲ ਜੀ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਪ੍ਰੇਮ ਨਾਲ ਗੱਜ ਕੇ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।